गुरु गुरमंत्र का जाप करना है। जिन्ने भी प्राणी तुसीं बैठे हो, बड़े प्यार दे नाल अपने नेत्र अपनियां अखां बंद करते हुए रसना दे नाल जाप करना है और अपने श्रवणों दे नाल कन्नां दे नाल उस नूं सरवण करना है तां जो साडी एकाग्रता बन जाए। और फिर आप गुरबाणी की विचार सरवण करांगे। आओ सारे माई भाई एक मान एक चित होइए। प्यार दे नाल सारे ने जपना है, करो कृपा। वाहिगुरु 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 वाहिगुरु। गुरु वाहिगुरु 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 वाहिगुरु
गुरु वाहिगुरु 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 गुरु वाहिगुरु 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 स्टैंड नहीं हैगा थले बंदा चेयर ते खड़ी कीती वा वाहिगुरु जी का खालसा वाहिगुरु जी की फतेह।
ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਸੰਗਤ ਰੂਪ ਵਿੱਚ ਇਕੱਤਰ ਹੋ ਰਹੇ ਹਾਂ, ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਤ ਸੰਗਤ ਨੂੰ ਇੱਕ ਚਾਰਟ ਸਾਲ ਦਾ ਨਾਂ ਦਿੰਦੇ ਨੇ। ਔਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਜੋ ਹੈ ਉਹਨੂੰ ਸਤਿਗੁਰੂ ਕਿਹਾ ਹੈ। ਜਦੋਂ ਮਨ ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਤਾਂ ਸੰਗਤ ਵਿੱਚ ਬੈਠ ਕੇ ਉਹ ਹਰੀ ਦੇ ਪਰਮਾਤਮਾ ਦੇ ਗੁਣ ਸਿੱਖਦਾ ਹੈ। ਆਪਾਂ ਸਿੱਖਣ ਵਾਸਤੇ ਆਏ ਹਾਂ। ਮਹਾਰਾਜ ਸਮਝਾਉਂਦੇ ਨੇ, ਸਤ ਸੰਗਤ ਸਤਿਗੁਰੂ ਚਟਸਾਲ ਹੈ, ਜਿਤ ਹਰ ਗੁਣ ਸਿੱਖਾਂ। ਹੁਣ ਸੰਸਾਰ ਦੇ ਵਿੱਚ ਆਪਾਂ ਬਹੁਤ ਕੁਝ ਸਿੱਖਿਆ ਹੈ। ਜੋ ਕੁਝ ਆਪਾਂ ਸਿੱਖਿਆ ਪ੍ਰਾਪਤ ਕੀਤੀ ਹੈ ਉਹਦੇ ਵਿੱਚ ਹੈ ਕਿ ਅਸੀਂ ਇਸ ਸਰੀਰ ਦੇ ਉੱਪਰ ਕੱਪੜਾ ਕਿਵੇਂ ਪਾ ਸਕਦੇ ਹਾਂ, ਇਸ ਸਰੀਰ ਨੂੰ ਸੁੰਦਰ ਕਿਵੇਂ ਬਣਾ ਸਕਦੇ ਹਾਂ, ਇਹਨੂੰ ਭੋਜਨ ਕਿਵੇਂ ਦੇ ਸਕਦੇ ਹਾਂ, ਰੋਟੀ ਕਿਵੇਂ ਖਾ ਸਕਦੇ ਹਾਂ, ਔਰ ਇਹਦੇ ਰਹਿਣ ਵਾਸਤੇ ਜਿਹੜਾ ਮਕਾਨ ਹੈ ਉਹ ਕਿਸ ਤਰ੍ਹਾਂ ਦਾ ਅਸੀਂ ਤਿਆਰ ਕਰ ਸਕਦੇ ਹਾਂ। ਇਹ ਤਿੰਨਾਂ ਚੀਜ਼ਾਂ ਵਾਸਤੇ ਸਾਡਾ ਜ਼ੋਰ ਲੱਗ ਰਿਹਾ ਹੈ, ਰੋਟੀ, ਕੱਪੜਾ ਤੇ ਮਕਾਨ, ਜਿਸ ਵਿੱਚ ਅਸੀਂ ਬੜੇ ਹੱਦ ਤੱਕ ਸਫਲ ਹੋ ਚੁੱਕੇ ਹਾਂ। ਪ੍ਰਸ਼ਾਦਾ ਵੀ ਅੱਛਾ ਸਕਦੇ ਹਾਂ, ਕੱਪੜਾ ਵੀ ਪਹਿਨਦੇ ਹਾਂ, ਔਰ ਜਿੱਥੇ ਅਸੀਂ ਰਹਿੰਦੇ ਹਾਂ ਉਹ ਮਕਾਨ, ਉਹ ਘਰ, ਉਹ ਹਾਊਸ ਵੀ ਵਧੀਆ ਹੈ। ਲੇਕਿਨ ਅਸੀਂ ਆਪਣੇ ਮਨ ਦੀ ਜਿਹੜੀ ਖੋਜ ਹੈ ਉਹ ਛੱਡ ਚੁੱਕੇ ਹਾਂ। ਅੱਜ ਰੋਟੀ ਖਾਂਦਿਆਂ ਖਾਂਦਿਆਂ ਸਾਡਾ ਮਨ ਪਰੇਸ਼ਾਨ ਹੋ ਜਾਂਦਾ ਹੈ। ਕੱਪੜਾ ਅੱਛਾ ਪਹਿਨਿਆ ਹੈ, ਸੋਹਣੇ ਕੱਪੜੇ ਨੇ, ਲੇਕਿਨ ਮਨ ਅੰਦਰ ਦੁਖੀ ਹੈ। ਵੱਡੇ ਘਰ ਦੇ ਵਿੱਚ ਰਹਿੰਦੇ ਹਾਂ, ਮਨ ਦੇ ਵਿੱਚ ਕਲੇਸ਼ ਆ ਜਾਂਦਾ ਹੈ, ਦੁਬਿਧਾ ਆ ਜਾਂਦੀ ਹੈ, ਮਨ ਪਰੇਸ਼ਾਨ ਹੋ ਜਾਂਦਾ ਹੈ, ਕਿਉਂਕਿ ਅਸੀਂ ਆਪਣੇ ਆਪ ਬਾਰੇ ਕਦੀ ਕੁਝ ਸਿੱਖਿਆ ਨਹੀਂ। ਮਨ ਦੀ ਖੁਰਾਕ ਕਿਵੇਂ ਪ੍ਰਾਪਤ ਕਰਨੀ ਹੈ, ਮਨ ਨੇ ਕਿਹੜਾ ਕੱਪੜਾ ਪਹਿਨਣਾ ਹੈ, ਤੇ ਮਨ ਨੇ ਕਿਸ ਘਰ ਦੇ ਵਿੱਚ ਰਹਿਣਾ ਹੈ, ਇਹਦੇ ਬਾਬਤ ਸਾਨੂੰ ਗਿਆਨ ਨਹੀਂ ਹੈ। ਜਿਸ ਕਰਕੇ ਅੱਜ ਵੀ ਤੁਸੀਂ ਦੇਖਦੇ ਹੋ ਬਹੁਤ ਸਾਰੇ ਜਿਹੜੇ ਜੀਵ ਨੇ ਉਹਨਾਂ ਦਾ ਜਿਹੜਾ ਮਨ ਟਿਕਾਓ ਦੇ ਵਿੱਚ ਨਹੀਂ ਹੁੰਦਾ, ਮਨ ਨਹੀਂ ਟਿਕਦਾ। ਜਿਸ ਤਰ੍ਹਾਂ ਆਪਾਂ ਇੱਥੇ ਬੈਠੇ ਹਾਂ, ਮਨ ਕਿਤੇ ਹੋਰ ਭੱਜਾ ਫਿਰਦਾ ਹੈ। ਕਈ ਜੀਵਾਂ ਦਾ ਸਵਾਲ ਹੁੰਦਾ ਹੈ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਸਾਡਾ ਮਨ ਨਹੀਂ ਟਿਕਦਾ। ਪੜ੍ਹ ਰਹੇ ਹਾਂ ਲੇਕਿਨ ਮਨ ਕਿਤੇ ਹੋਰ ਤੁਰਿਆ ਫਿਰਦਾ ਹੈ। ਨਾਮ ਜਪ ਰਹੇ ਹਾਂ, ਮਨ ਨਹੀਂ ਟਿਕਦਾ। ਹੁਣ ਐਸੀ ਅਵਸਥਾ ਦੇ ਵਿੱਚ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆਉਂਦੇ ਹਾਂ ਤਾਂ ਸਾਨੂੰ ਮਨ ਦਾ ਬੋਧ ਕਰਾਇਆ ਜਾਂਦਾ ਹੈ, ਮਨ ਦਾ ਭੇਦ ਦਿੱਤਾ ਜਾਂਦਾ ਹੈ। ਇਸ ਕਰਕੇ ਅਸਲੀ ਗਿਆਨੀ, ਅਸਲੀ ਪੰਡਤ, ਅਸਲੀ ਜਿਹੜਾ ਵਿਦਵਾਨ, ਉਹ ਸਿਆਣਾ ਉਹ ਹੀ ਹੈ ਜਿਹੜਾ ਆਪਣੇ ਮਨ ਦਾ ਬੋਧ ਕਰਦਾ ਹੈ। ਮਨ ਕੀ ਹੈ, ਮਾਈਂਡ ਕੀ ਹੈ, ਅੱਜ ਬਹੁਤ ਸਾਰੇ ਜੀਵਾਂ ਨੂੰ ਨਹੀਂ ਪਤਾ। ਲੇਕਿਨ ਮਹਾਰਾਜ ਗੁਰਬਾਣੀ 'ਚ ਕਹਿੰਦੇ ਨੇ, ਸੋ ਪੰਡਤ ਜੋ ਮਨ ਪ੍ਰਬੁੱਧ ਹੈ। ਜਿਹੜਾ ਮਨ ਦਾ ਬੋਧ ਕਰਦਾ ਹੈ, ਮਨ ਨੂੰ ਜਾਣਦਾ ਹੈ, ਮਨ ਕੀ ਹੈ, ਵਾਟ ਇਜ਼ ਮਾਈਂਡ, ਅਸੀਂ ਕੀ ਹਾਂ, ਅਸੀਂ ਕੌਣ ਹਾਂ। ਕਿਉਂਕਿ ਸਾਰਾ ਖੇਲ ਮਨ ਦਾ ਹੈ। ਇਹ ਜਿਹੜਾ ਮਨ ਹੈ ਇਹ ਜੋਤ ਸਰੂਪ ਹੈ, ਤੇ ਮਨ ਜਿੱਥੋਂ ਆਉਂਦਾ ਹੈ ਆਪਾਂ ਉਸ ਘਰ ਦੀ ਵੀ ਵਿਚਾਰ ਕਰਨੀ ਹੈ। ਜਿੱਥੇ ਆ ਕੇ ਮਨ ਖੇਲਦਾ ਹੈ ਉਸ ਘਰ ਨੂੰ ਵੀ ਆਪਾਂ ਸਮਝਣਾ ਹੈ, ਤੇ ਫਿਰ ਆਪਾਂ ਇਸ ਖੇਲ ਨੂੰ ਜਿੱਤ ਸਕਦੇ ਹਾਂ। ਉਸ ਵਾਸਤੇ ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਨੇ।
पातशाह समझाਉਂਦੇ ਨੇ कि ਜਿਹੜਾ मन है ਇੱਥੋਂ ਦਾ ਰਹਿਣ ਵਾਲਾ नहीं है। ਇਸ ਸਰੀਰ ਵਿੱਚ ਆਉਂਦਾ ਹੈ ਕੁਝ ਸਮੇਂ ਵਾਸਤੇ। ਜਦੋਂ ਦਿਨ ਚੜ੍ਹਦਾ ਹੈ ਆ ਜਿਹੜਾ ਸਰੀਰ ਹੈ ਇਹ ਪਾਉਣ ਦੇ ਵਿੱਚ ਪਰੋਇਆ ਹੋਇਆ ਹੈ। ਜਿਸ ਤਰ੍ਹਾਂ ਆ ਜਿਹੜੇ ਆਪਣੇ ਸਰੀਰ ਤੁਸੀਂ ਦੇਖਦੇ ਹੋ ਇਹਦੇ ਵਿੱਚ ਪਾਉਣ ਚੱਲ ਰਹੀ ਹੈ, ਸਵਾਸ ਚੱਲ ਰਹੇ ਨੇ। ਜਦੋਂ ਮਨ ਪਾਉਣ ਵਿੱਚ ਆ ਕੇ ਮਿਲਦਾ ਹੈ ਇਹ ਸਰੀਰ ਦੇ 9 ਦਰ ਖੁੱਲ ਜਾਂਦੇ ਨੇ। 9 ਦਰ ਖੁੱਲਣ ਦੇ ਨਾਲ ਮਨ ਜਿੱਥੇ ਵਿਚਰਦਾ ਹੈ ਅਸੀਂ ਉਸ ਨੂੰ ਦਿਨ ਆਖਦੇ ਹਾਂ, ਲੇਕਿਨ ਜਿੱਥੇ ਮਨ ਵਿਚਰਦਾ ਹੈ ਉਸ ਨੂੰ ਗੁਰਬਾਣੀ ਦੇ ਵਿੱਚ ਆ 3 ਗੁਣ ਕਿਹਾ ਹੋਇਆ ਹੈ। ਜਦੋਂ ਮਨ ਪਾਉਣ ਵਿੱਚ ਆ ਕੇ ਮਿਲਦਾ ਇਹ 3 ਗੁਣਾਂ ਵਿੱਚ ਆ ਜਾਂਦਾ ਹੈ। 3 ਗੁਣਾਂ ਦੇ ਵਿੱਚ ਕਿਸੇ ਦਾ ਮਨ ਰਜੋ ਗੁਣ ਤੇ ਚਲਾ ਗਿਆ। ਜਦੋਂ ਰਜੋ ਗੁਣ ਤੇ ਜਾਂਦਾ ਹੈ ਮਨ ਦੇ ਅੰਦਰ ਵਿਚਾਰ ਪੈਦਾ ਹੁੰਦੇ ਨੇ ਵੀ ਮੈਂ ਕੋਈ ਰੁਜ਼ਗਾਰ ਕਰਾਂ, ਕੋਈ ਕੰਮ ਕਰਾਂ, ਇਹ ਸਰੀਰ ਨੂੰ ਪਾਲਣ ਵਾਸਤੇ ਕੋਈ ਜੌਬ ਕਰਦਾ ਹੈ, ਉਹਨੂੰ ਰਜੋ ਗੁਣ ਕਹਿੰਦੇ ਨੇ। ਹੁਣ ਰਜੋ ਗੁਣ ਤੇ ਮਨ ਨੇ ਕਰਮ ਕਰਦਿਆਂ ਕਰਦਿਆਂ ਵਾਪਸ ਜਾਣਾ ਹੈ ਆਪਣੇ ਘਰ ਜਿੱਥੋਂ ਮਨ ਆਇਆ ਹੈ, ਜਿਸ ਨੂੰ ਗੁਰਬਾਣੀ ਦੇ ਵਿੱਚ ਨਿਜ ਕਰ ਕਹਿ ਦਿੱਤਾ ਹੈ। ਜਦੋਂ ਮਨ ਨੇ ਕਰਮ ਕਰਨਾ ਹੈ ਤੇ ਉਸ ਵਕਤ ਲਿਵ ਦੇ ਰਸਤੇ ਦੇ ਉੱਪਰ ਚੱਲਣਾ ਹੈ। ਨਾਲ ਚੇਤਾ ਰੱਖਣਾ ਹੈ ਜਿੱਥੋਂ ਅਸੀਂ ਆਏ ਹਾਂ। ਜੇ ਤਾਂ ਹੁਣ ਕਰਮ ਕਰਦਾ ਹੈ ਰਜੋ ਗੁਣ ਦੇ ਉੱਪਰ, ਲਿਵ ਦੇ ਰਸਤੇ ਤੇ ਚੱਲਦਾ ਹੈ ਤੇ ਜਦੋਂ ਕਰਮ ਸਮਾਪਤ ਹੋ ਗਿਆ ਮਨ ਲਿਵ ਦੇ ਰਸਤੇ ਤੇ ਚੱਲ ਕੇ ਆਪਣੇ ਘਰ ਚਲਾ ਜਾਂਦਾ ਹੈ। ਮਨ ਦਾ ਘਰ ਕਿਹੜਾ ਹੈ? ਨਿਜ ਘਰ, ਥਿਰ ਘਰ, ਜਿਸ ਨੂੰ ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ। ਲੇਕਿਨ ਮਨ ਇੱਥੇ ਕਰਮ ਕਰਦਾ ਕਰਦਾ ਆ ਲਿਵ ਨੂੰ ਜਾਣ ਦਾ ਰਸਤਾ ਭੁੱਲ ਜਾਂਦਾ ਹੈ। ਇਹ ਕਰਮ ਚੱਲਦਾ ਚੱਲਦਾ ਕਰਮ ਦੇ ਉੱਪਰ ਤ੍ਰਿਸ਼ਨਾ ਦੀ ਲਹਿਰ ਵਿੱਚ ਜਾ ਕੇ ਇਹ ਕਰਮ ਕਰਦਾ ਕਰਦਾ ਤਮੋ ਗੁਣ ਤੇ ਚਲਾ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਜੌਬ ਕਰਦਿਆਂ ਕਰਦਿਆਂ ਕਿਸੇ ਦੇ ਨਾਲ ਦੁਬਿਧਾ ਕਰਨ ਲੱਗ ਜਾਂਦੇ ਹਾਂ, ਸਾਡਾ ਵਿਚਾਰਾਂ ਦਾ ਟਕਰਾਅ ਹੋ ਜਾਂਦਾ ਹੈ, ਜਿਸ ਕਰਕੇ ਸਾਡੇ ਘਰ ਦੇ ਵਿੱਚ ਕਈ ਦਫਾ ਕਲੇਸ਼ ਪੈ ਜਾਂਦਾ ਹੈ। ਔਰਤ ਮਰਦ ਦਾ ਝਗੜਾ ਹੋ ਜਾਂਦਾ ਹੈ, ਭਰਾ ਭਰਾ ਲੜ ਪੈਂਦੇ ਨੇ। ਕੰਮ ਕਰਦਿਆਂ ਕਰਦਿਆਂ ਸੰਗੀ ਸਾਥੀ ਜਿਹੜੇ ਨੇ ਉਹਨਾਂ ਨਾਲ ਦੁਬਿਧਾ ਬਣ ਜਾਂਦੀ ਹੈ। ਦੁਬਿਧਾ ਦੇ ਵਿੱਚ ਆ ਕੇ ਮਨ ਕਿਸੇ ਦੀ ਨਿੰਦਿਆ ਕਰਨ ਲੱਗ ਪਿਆ, ਕਿਸੇ ਦੀ ਚੁਗਲੀ ਕਰਨ ਲੱਗ ਪਿਆ, ਕਿਸੇ ਨਾਲ ਜੈਲਸ ਕਰਨ ਲੱਗ ਪਿਆ, ਈਰਖਾ ਕਰਨ ਲੱਗ ਪਿਆ। ਉਹ ਹੌਲੀ ਹੌਲੀ ਵਿਚਾਰਾਂ ਵਿੱਚ ਚਲਾ ਜਾਂਦਾ ਹੈ। ਹੁਣ ਜਿਹੜਾ ਮਨ ਵਿਚਾਰਾਂ ਦੇ ਵਿੱਚ ਚਲਾ ਗਿਆ ਉਹ ਤਮੋ ਗੁਣ ਨੂੰ ਚਲਾ ਗਿਆ ਤੇ ਤਮੋ ਗੁਣ ਤੇ ਜਿਹੜਾ ਚਲਾ ਗਿਆ ਉਹਨੂੰ ਕਹਿੰਦੇ ਨੇ ਧਾਤ ਦੇ ਰਸਤੇ ਤੇ। ਜਿਹੜਾ ਧਾਤ ਦੇ ਰਸਤੇ ਤੇ ਚਲਾ ਗਿਆ ਉਹ ਫਿਰ ਆਪਣੇ ਘਰ ਨਹੀਂ ਜਾਂਦਾ, ਉਹ ਆਪਣੇ ਘਰ ਨੂੰ ਜਾਣ ਦਾ ਰਸਤਾ ਭੁੱਲ ਗਿਆ। ਹੁਣ ਇੱਥੇ ਸਾਰਾ ਦਿਨ ਵਿਚਾਰਾਂ ਤੇ ਫੁਰਨਿਆਂ ਦੇ ਵਿੱਚ ਮਨ ਚੱਲਦਾ ਹੈ। ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਆਂਦੇ ਪੰਥਾ ਪ੍ਰੇਮ ਨਾ ਜਾਣਈ ਭੁੱਲੀ ਫਿਰੇ ਗਵਾਰ। ਉਹ ਪ੍ਰੇਮ ਦਾ ਰਸਤਾ, ਆਪਣੇ ਘਰ ਨੂੰ ਜਾਣ ਦਾ ਰਸਤਾ ਭੁੱਲ ਗਿਆ। ਮਨ ਵਿਚਾਰਾਂ ਵਿੱਚ ਚੱਲਦਾ, ਫੁਰਨਿਆਂ ਵਿੱਚ ਚੱਲਦਾ ਹੈ, ਆਪਣੇ ਘਰ ਨਹੀਂ ਜਾਂਦਾ। ਇੱਥੇ ਚੱਲਦਾ ਹੋਇਆ ਧਾਤ ਦੇ ਰਸਤੇ ਤੇ ਚੱਲਦਾ ਹੋਇਆ ਬਹੁਤ ਸਾਰੇ ਪਦਾਰਥਾਂ ਦੇ ਨਾਲ, ਦ੍ਰਿਸ਼ਟਮਾਨ ਦੇ ਨਾਲ ਜੁੜ ਜਾਂਦਾ ਹੈ। ਕਿਸੇ ਦੇ ਨਾਲ ਪਿਆਰ ਕਰਨ ਲੱਗ ਪਿਆ, ਕਿਸੇ ਨਾਲ ਨਫ਼ਰਤ ਕਰਨ ਲੱਗ ਪਿਆ, ਇੱਥੇ ਵਿਚਾਰ ਚੱਲਣ ਲੱਗ ਪਏ। ਹੁਣ ਬਹੁਤ ਸਾਰੇ ਜਿਹੜੇ ਪਦਾਰਥ ਨੇ ਉਹਨਾਂ ਨਾਲ ਪਿਆਰ ਕਰਦਾ ਹੈ,
ਮਹਾਰਾਜ ਕਹਿੰਦੇ ਨੇ ਦਾਤ ਪਿਆਰੀ ਵਿਸਰਿਆ ਦਤਾਰਾ। ਹੁਣ ਮਨ ਇੱਥੇ ਇਸ ਮਟੀਰੀਅਲਿਸਟਿਕ ਦੇ ਵਿੱਚ ਆ ਕੇ ਪਦਾਰਥਵਾਦੀ ਬਣ ਜਾਂਦਾ ਹੈ। ਹੁਣ ਪਦਾਰਥ ਨਾਲ ਪਿਆਰ ਕਰਦਾ ਹੈ, ਇੱਥੋਂ ਦੇ ਜੀਵਾਂ ਦੇ ਨਾਲ, ਲੋਕਾਂ ਦੇ ਨਾਲ ਵਿਚਰਦਾ ਹੈ, ਲੇਕਿਨ ਆਪਣੇ ਘਰ ਨਹੀਂ ਜਾਂਦਾ। ਜਿਹੜਾ ਇਸ ਨੂੰ ਭੇਜਣ ਵਾਲਾ ਹੈ, ਜੋ ਮਾਤਾ ਪਿਤਾ ਹੈ, ਉਹਦੀ ਪਹਿਚਾਣ ਨਹੀਂ ਕਰਦਾ, ਭੁੱਲ ਜਾਂਦਾ ਹੈ। ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਨੇ ਮਨ ਭੁੱਲੋ ਮਾਇਆ ਕਰ ਜਾਏ, ਭੁੱਲ ਗਿਆ। ਲੇਕਿਨ ਜੋ ਨਿਰੰਕਾਰ ਹੈ, ਪਰਮਾਤਮਾ ਹੈ, ਉਹ ਦੇਖਦਾ ਹੈ। ਜਦੋਂ ਮਨ ਇਸ ਇਲਾਕੇ ਵਿੱਚ ਆ ਗਿਆ, ਉਹ ਦੇਖ ਰਿਹਾ, ਉਹਨੇ ਦੇਖਿਆ ਕਿ ਮਨ ਭੁੱਲ ਗਿਆ ਹੈ, ਵਾਪਸ ਨਹੀਂ ਆਉਂਦਾ। ਤੇ ਪਰਮਾਤਮਾ ਇਸ ਨਿੱਜ ਘਰ ਦੇ ਵਿੱਚ ਬੈਠਾ ਹੋਇਆ ਜੋ ਨਿਰੰਕਾਰ ਹੈ, ਉਹ ਆਪਣੇ ਇਸ ਮਨ ਬੱਚੇ ਨੂੰ ਆਵਾਜ਼ ਮਾਰਦਾ ਹੈ ਤੇ ਉਸ ਨੂੰ ਕੀ ਕਹਿੰਦਾ ਹੈ? ਉਹ ਆਂਦਾ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਵੀ ਤੁਸੀਂ ਘਰ ਆ ਜਾਓ, ਵਾਪਸ ਆ ਜਾਓ। ਲੇਕਿਨ ਮਨ ਇਹਨਾਂ ਵਿਚਾਰਾਂ ਤੇ ਫੁਰਨਿਆਂ ਵਿੱਚ ਹੈ, ਉਹਨੂੰ ਪਰਮਾਤਮਾ ਦੀ ਆਵਾਜ਼ ਨਹੀਂ ਸੁਣਦੀ ਤੇ ਨਾ ਹੀ ਉਹ ਪਰਮਾਤਮਾ ਵੱਲ ਦੇਖਦਾ ਹੈ। ਅੱਜ ਬਹੁਤ ਸਾਰੇ ਐਸੇ ਮਨ ਬੱਚੇ ਨੇ ਜਿਨ੍ਹਾਂ ਨੂੰ ਪਰਮਾਤਮਾ ਦਿਖਾਈ ਨਹੀਂ ਦਿੰਦਾ, ਔਰ ਜਿਨ੍ਹਾਂ ਨੂੰ ਪਰਮਾਤਮਾ ਦੀ ਆਵਾਜ਼ ਸੁਣਾਈ ਨਹੀਂ ਦਿੰਦੀ, ਉਹਨਾਂ ਨੂੰ ਗੁਰਬਾਣੀ ਦੇ ਵਿੱਚ ਮਾਇਆਧਾਰੀ ਕਹਿੰਦੇ ਨੇ। ਹੁਣ ਇਹ ਜਿਹੜਾ ਮਨ ਹੈ, ਇਸ ਮਾਇਆ ਦੇ ਨਾਲ ਜੁੜ ਚੁੱਕਾ ਹੈ। ਕਿਹੜੀ ਮਾਇਆ ਹੈ? ਹੁਣ ਨਾਲ ਨਾਲ ਆਪਾਂ ਦੇਖਣਾ ਹੈ ਸਾਡਾ ਮਨ ਕਿੱਥੇ ਜੁੜਿਆ ਹੋਇਆ ਹੈ। ਰਜਗੁਣ, ਤਮਗੁਣ, ਸਤਗੁਣ, ਕਹੀਏ ਇਹ ਤੇਰੀ ਸਭ ਮਾਇਆ। ਇਹ ਮਾਇਆ ਹੈ ਵਿਚਾਰਾਂ ਦੀ, ਫੁਰਨਿਆਂ ਦੀ, ਸਹਿੰਸੇ, ਚਿੰਤਾਵਾਂ, ਦੁਬਿਧਾ, ਈਰਖਾ, ਨਿੰਦਾ, ਚੁਗਲੀ। ਇਹ ਜਿਹੜੇ ਵਿਚਾਰ ਫੁਰਨੇ ਚੱਲਦੇ ਨੇ, ਇਹ ਮਾਇਆ ਹੈ। ਇਹ ਮਾਇਆ ਜਿਹੜੀ ਹੈ ਮਨ ਨੂੰ ਮਿੱਠੀ ਲੱਗਦੀ ਹੈ, ਇਹਨਾਂ ਵਿਚਾਰਾਂ ਦੇ ਵਿੱਚ ਭੱਜਾ ਫਿਰਦਾ ਹੈ। ਗੁਰਬਾਣੀ ਵਿੱਚ ਫਰਮਾਉਂਦੇ, ਨਹਿ ਸੁਣੀਏ ਨਾ ਮੁਖ ਤੇ ਬਕੀਏ, ਨਾ ਮੋਹੇ ਏ ਡੀਠੀ, ਐਸੀ ਠਗੌਰੀ ਪਾਏ ਭੁਲਾਵੇ, ਮਨ ਲਾਗੇ ਸਭ ਕੇ ਮਿੱਠੀ। ਹੁਣ ਇਸ ਮਾਇਆ ਦੇ ਨਾਲ ਇੰਨਾ ਪਿਆਰ ਕਰ ਰਿਹਾ ਹੈ, ਇਹ ਜਿਹੜਾ ਮਨ ਬੱਚਾ, ਮਾਤਾ ਪਿਤਾ ਆਵਾਜ਼ਾਂ ਮਾਰਦੇ ਨੇ, ਨਿੱਜ ਘਰ ਵਿੱਚ ਨਹੀਂ ਸੁਣਦਾ। ਹੁਣ ਸਾਨੂੰ ਸਾਰਿਆਂ ਨੂੰ ਆਵਾਜ਼ ਮਾਰਦੇ ਨੇ, ਉਹ ਆਂਦੇ ਨੇ ਥਿਰ ਕਰ ਬੈਸੋ ਹਰ ਜਨ ਪਿਆਰੇ। ਸਾਨੂੰ ਸਾਰਿਆਂ ਨੂੰ ਉਹਨੇ ਥਿਰ ਘਰ ਬਣਾ ਕੇ ਦਿੱਤਾ ਹੈ, ਨਿੱਜ ਘਰ ਬਣਾ ਕੇ ਦਿੱਤਾ ਹੈ, ਜਿਹਨੂੰ 10ਵਾਂ ਦੁਆਰ ਕਹਿੰਦੇ ਨੇ। ਇਹ 10ਵੇਂ ਦੁਆਰ ਦੇ ਵਿੱਚ ਮਨ ਦੀ ਖੁਰਾਕ ਰੱਖੀ ਹੋਈ ਹੈ ਅੰਮ੍ਰਿਤ ਰਸ, ਤੇ ਉਹ ਮਨ ਨੂੰ ਕਹਿੰਦੇ ਨੇ ਤੁਸੀਂ ਥਿਰ ਘਰ ਦੇ ਵਿੱਚ ਆ ਜਾਓ ਤੇ ਤੁਹਾਨੂੰ ਮੈਂ ਖੁਰਾਕ ਦਿਆਂਗਾ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ। ਲੇਕਿਨ ਮਨ ਘਰ ਨਹੀਂ ਜਾਂਦਾ। ਹੁਣ ਘਰ ਨੂੰ ਜਾਣ ਦੀ ਬਜਾਏ ਇਹ ਜਿਹੜਾ ਮਨ ਹੈ, ਇਹ ਪਾਉਣ ਵਿੱਚ ਮਿਲ ਕੇ ਕਦੀ ਖੱਬੇ ਪਾਸੇ, ਕਦੀ ਸੱਜੇ ਪਾਸੇ, ਇੱਥੋਂ ਦੀ ਟੱਪੀ ਜਾਂਦਾ ਹੈ, ਇਸ ਤੋਂ ਉੱਪਰ ਨਹੀਂ ਜਾਂਦਾ। ਤੇ ਮਾਤਾ ਪਿਤਾ ਪਰਮਾਤਮਾ, ਉਹ ਜਦੋਂ ਮਨ ਨੂੰ ਆਵਾਜ਼ ਮਾਰਦੇ ਨੇ ਤੇ ਜਦੋਂ ਮਨ ਘਰ ਨਹੀਂ ਜਾਂਦਾ, ਉਹ ਕਹਿੰਦੇ ਨੇ ਮਨਮੁਖ ਹੰਕਾਰੀ ਮਹਿਲ ਨਾ ਜਾਣੇ। ਕਹਿੰਦੇ ਜਿਹੜਾ ਮਨ ਬੱਚਾ ਹੈ, ਇਹ ਮਨਮੁਖ ਬਣ ਗਿਆ ਹੈ। ਹੁਣ ਮਨਮੁਖ ਦੀ ਨਿਸ਼ਾਨੀ ਕੀ ਹੈ? ਜਿਹੜਾ ਮਹਿਲ ਵਿੱਚ ਨਹੀਂ ਜਾਂਦਾ। ਹੁਣ ਆ ਜਿਹੜਾ ਮਨ ਹੈ, ਐਸ ਮਾਇਆ ਘਰ ਵਿੱਚ ਬੈਠਾ ਹੋਇਆ, ਪਰਮਾਤਮਾ ਇਹਨੂੰ ਆਵਾਜ਼ ਮਾਰਦੇ ਨੇ, ਲੇਕਿਨ ਮਹਿਲ ਵਿੱਚ ਨਹੀਂ ਜਾਂਦਾ। ਇਹ ਹੁਣ ਤੁਸੀਂ ਆਪਣੇ ਅੰਦਰ ਵੀ ਨਾਲ ਨਾਲ ਦੇਖਣਾ ਹੈ।
ਮਾਰੇ ਕਹਿੰਦੇ ਨੇ ਮਨਮੁਖ ਹੰਕਾਰੀ ਮਹਿਲ ਨਾ ਜਾਣੇ, ਖਿਨ ਆਗੇ ਖਿਨ ਪਿੱਛੇ, ਸਦਾ ਬੁਲਾਈਏ ਮਹਿਲ ਨਾ ਆਵੇ, ਕਿਉਂ ਕਰ ਦਰਗੇ ਸਿੱਝੇ। ਉਹ ਆਂਦੇ ਨੇ ਜਿੱਥੇ ਬੈਠਾ ਹੋਇਆ ਹੈ ਇਹ ਮਹਿਲ ਵਿੱਚ ਨਹੀਂ ਆਉਂਦਾ, ਕੱਲ ਨੂੰ ਸਵਾਸ ਖਤਮ ਹੋ ਗਏ ਤੇ ਇਹਨੂੰ ਦਰਗਾਹ ਦੇ ਵਿੱਚ ਕਿਵੇਂ ਥਾਂ ਮਿਲੇਗੀ। ਇਹ ਜੇ ਤਿੰਨਾਂ ਗੁਣਾਂ ਦੇ ਵਿੱਚ ਰਹਿ ਗਿਆ ਤੇ ਜਨਮ ਮਰਨ ਦੇ ਵਿੱਚ ਚਲਾ ਜਾਏਗਾ। ਮਾਤਾ ਪਿਤਾ ਸਾਡਾ ਫਿਕਰ ਕਰਦੇ ਨੇ, ਜਿਸ ਤਰ੍ਹਾਂ ਕਈ ਦਫਾ ਆਪਾਂ ਆਪਣੇ ਬੱਚਿਆਂ ਦਾ ਫਿਕਰ ਕਰਦੇ ਹਾਂ, ਕਰਦੇ ਨਾ ਫਿਕਰ। ਜੇ ਬੱਚਾ ਸਾਡਾ ਲੇਟ ਹੋ ਗਿਆ, ਥੋੜਾ ਘਰ ਨਹੀਂ ਆ ਰਿਹਾ, ਅਸੀਂ ਉਹਨੂੰ ਲੱਭਦੇ ਹਾਂ। ਇਸੇ ਤਰ੍ਹਾਂ ਮਾਤਾ ਪਿਤਾ ਦੇਖਦੇ ਨੇ ਜੇ ਤਿੰਨਾਂ ਗੁਣਾਂ ਵਿੱਚ ਰਹਿ ਗਿਆ, ਘਰ ਨਾ ਆਇਆ, ਇਹਦਾ ਜਨਮ ਵਿਅਰਥ ਚੱਲ ਜਾਏਗਾ। ਉਹ ਸਾਨੂੰ ਸਮਝਾਉਂਦੇ ਨੇ, ਕਹਿੰਦੇ ਤਿਹੋ ਗੁਣ ਮੈਂ ਜਾ ਕੋ ਪਰਮਾਏ, ਜਨਮ ਮਰੇ ਫਿਰ ਆਵੇ ਜਾਏ। ਜਿਹੜਾ ਤਿੰਨਾਂ ਗੁਣਾਂ ਦੇ ਵਿੱਚ ਹੈ ਉਹ ਜਨਮ ਮਰਨ ਵਿੱਚ ਹੈ। ਕਹਿੰਦੇ ਤੁਸੀਂ ਘਰ ਆ ਜਾਓ। ਹੁਣ ਸਾਰਾ ਦਿਨ ਲੰਘ ਜਾਂਦਾ ਹੈ, ਮਨ ਘਰ ਨਹੀਂ ਜਾਂਦਾ, ਆਪਣੇ ਨਿਜ ਘਰ ਨਹੀਂ ਜਾਂਦਾ, ਥਿਰ ਘਰ ਨਹੀਂ ਜਾਂਦਾ। ਇਸ ਮਾਇਆ ਦੇ ਘਰ ਦੇ ਵਿੱਚ, ਇਸ ਕਾਲ ਦੇ ਦਾਇਰੇ ਦੇ ਵਿੱਚ ਤੁਰਿਆ ਫਿਰਦਾ ਹੈ। ਜਿੱਥੇ ਮਨ ਤੁਰਿਆ ਫਿਰਦਾ ਹੈ ਇਸ ਨੂੰ ਕਾਲ ਦਾ ਦੇਸ਼ ਕਹਿੰਦੇ ਨੇ। ਇਸ ਨੂੰ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਨੇ ਖੰਡ ਪਤਾਲ ਦੀਪ ਸਭ ਲੋਆ, ਕਾਲੇ ਕੇ ਵਸ ਪ੍ਰਭ ਆਪ ਕੀਆ। ਇਹ ਕਾਲ ਦਾ ਦੇਸ਼ ਹੈ ਸਾਰਾ। ਹੁਣ ਮਨ ਇੱਥੇ ਕਾਲ ਦੇ ਦੇਸ਼ ਵਿੱਚ ਵਿਚਰਿਆ, ਮਾਤਾ ਪਿਤਾ ਨੇ ਆਵਾਜ਼ ਮਾਰੀ, ਨਹੀਂ ਗਿਆ। ਤੇ ਮਾਤਾ ਪਿਤਾ ਸਮਝਾਉਣਾ ਚਾਹੁੰਦੇ ਨੇ ਮਨ ਨੂੰ। ਇਸ ਵਾਸਤੇ ਉਹਨਾਂ ਨੇ ਦਿਨ ਤੋਂ ਬਾਅਦ ਰਾਤ ਬਣਾਈ ਹੋਈ ਹੈ। ਮਰ ਕਹਿੰਦੇ ਨੇ ਜਿਨ ਦਿਨ ਕਰਕੇ ਕੀਤੀ ਰਾਤ। ਉਹਨਾਂ ਦੇਖਿਆ ਕਿ ਬੱਚਾ ਖੇਲ ਰਿਹਾ ਹੈ, ਇਹ ਨਹੀਂ ਸੁਣਦਾ। ਉਹ ਕੀ ਕਰਦੇ ਨੇ, ਕਾਲ ਨੂੰ ਹੁਕਮ ਦੇ ਦਿੰਦੇ ਨੇ, ਇਸ ਮਾਇਆ ਨੂੰ ਹੁਕਮ ਦੇ ਦਿੰਦੇ ਨੇ। ਕਹਿੰਦੇ ਨੇ ਬੱਚੇ ਨੂੰ ਮੇਰੇ ਕੋਲ ਭੇਜੋ, ਮੈਂ ਇਸ ਨੂੰ ਸਮਝਾਉਂਦਾ ਹਾਂ। ਹੌਲੀ ਹੌਲੀ ਦਿਨ ਤੋਂ ਬਾਅਦ ਰਾਤ ਪੈਣੀ ਸ਼ੁਰੂ ਹੋ ਜਾਂਦੀ ਹੈ। ਹੁਣ ਜਦੋਂ ਰਾਤ ਪੈਂਦੀ ਹੈ ਕੀ ਹੁੰਦਾ ਹੈ, ਆਹ ਜਿਹੜੀ ਪੌਣ ਹੈ, ਆਹ ਪੌਣ ਜਿਹੜੀ ਆਪਣੇ ਆਹ ਨੱਕ ਦੇ ਰਾਹੀਂ ਜਾ ਰਹੀ ਹੈ ਅੰਦਰ, ਇਹ ਨਾਭੀ ਤੱਕ ਜਾਂਦੀ ਹੈ। ਇੱਥੋਂ ਈੜਾ ਤੇ ਪਿੰਗਲਾ ਦੇ ਰਾਹੀਂ ਇਹ ਜਿਹੜੀ ਪੌਣ ਹੈ, ਇਹ ਮਾਇਆ ਨੂੰ ਪਰਮਾਤਮਾ ਹੁਕਮ ਕਰਦੇ ਨੇ ਵੀ ਆਹ ਜਿਹੜਾ ਖੇਲ ਹੈ ਕੁਝ ਸਮੇਂ ਲਈ ਬੰਦ ਕਰ ਦਿਓ। ਤੇ ਕਾਲ ਕੀ ਕਰਦਾ ਹੈ, ਮਾਇਆ ਕੀ ਕਰਦੀ ਹੈ, ਇਹ ਪੌਣ ਨੂੰ ਸਮ ਕਰ ਲੱਗ ਜਾਂਦੇ ਨੇ। ਹੁਣ ਤੁਸੀਂ ਸਵਾਸ ਲੈ ਕੇ ਦੇਖੋ ਆਪਣੇ, ਇਹ ਦੋਵਾਂ ਸੁਰਾਂ ਦੇ ਵਿੱਚ ਬਰਾਬਰ ਨਹੀਂ ਚੱਲੇਗੀ ਪੌਣ। ਇੱਕ ਪਾਸੇ ਵੱਧ ਰਹੇਗੀ, ਇੱਕ ਪਾਸੇ ਘੱਟ ਰਹੇਗੀ। ਇਹ ਦੋਵਾਂ 'ਚ ਬਰਾਬਰ ਨਹੀਂ ਹੈ। ਜਿਸ ਕਰਕੇ ਸਾਡੇ ਵਿਚਾਰ ਫੁਰਨੇ ਚੱਲਦੇ ਨੇ, ਤੇ ਜਿਵੇਂ ਜਿਵੇਂ ਦੇ ਵਿਚਾਰ ਚੱਲਦੇ ਨੇ ਤਿਵੇਂ ਤਿਵੇਂ ਦਾ ਸਰੀਰ ਭੱਜਾ ਫਿਰਦਾ ਹੈ। ਜੇ ਤਾਂ ਆਹ ਖੱਬੀ ਸੁਰ ਜ਼ਿਆਦਾ ਚੱਲੇਗੀ, ਤੁਸੀਂ ਪ੍ਰੈਕਟੀਕਲ ਕਰਕੇ ਦੇਖਿਆ ਜੇ ਆਪਣਾ, ਆਹ ਖੱਬਾ ਪਾਸਾ ਹੈ ਜਿਹੜਾ, ਇਹਨੂੰ ਗੁਰਬਾਣੀ ਦੇ ਵਿੱਚ ਚੰਦਰਮਾ ਕਹਿੰਦੇ ਨੇ। ਇਹਦੇ ਥੋੜੀ ਠੰਡਕ ਹੁੰਦੀ ਹੈ। ਜੇ ਤਾਂ ਇਹ ਖੱਬੀ ਸੁਰ ਚੱਲੇਗੀ ਤੇ ਰਜੋ ਗੁਣ ਦੇ ਵਿਚਾਰ ਚੱਲਣਗੇ, ਆਸ਼ਾ ਅਭਿਲਾਸ਼ਾ ਤ੍ਰਿਸ਼ਨਾ। ਤੇ ਜੇ ਸੱਜੀ ਸੁਰ ਜ਼ਿਆਦਾ ਚੱਲੇਗੀ, ਇਹਨੂੰ ਸੂਰਜ ਕਹਿੰਦੇ ਨੇ, ਇਧਰ ਅਗਨ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ। ਤੇ ਫਿਰ ਵਿਚਾਰ ਜਿਹੜੇ ਚੱਲਣਗੇ ਉਹ ਤਮੋ ਗੁਣੀ ਵਿਚਾਰ ਹੋ ਜਾਣਗੇ। ਕਾਮ ਦੇ, ਕ੍ਰੋਧ ਦੇ, ਲੋਭ ਦੇ, ਮੋਹ ਦੇ, ਦੁਬਦਾ ਦੇ, ਚਿੜਚਿੜਾਪਨ ਆ ਜਾਏਗਾ, ਗੁੱਸਾ ਚੜੇਗਾ। ਇਹੋ ਜਿਹੇ ਵਿਚਾਰ ਫੁਰਨੇ ਚੱਲਣਗੇ, ਮਨ ਭੱਜਾ ਫਿਰੇਗਾ। ਹੁਣ ਮਾਇਆ ਨੂੰ ਪਰਮਾਤਮਾ ਨੇ ਹੁਕਮ ਦਿੱਤਾ ਵੀ ਇਹ ਜਿਹੜੀ ਪੌਣ ਸਮ ਕਰ ਦਿਓ। ਤੇ ਕੀ ਹੁੰਦਾ ਹੈ, ਰਾਤ ਨੂੰ ਰਾਜ ਤਮ ਸਤ ਇਹ ਕਾਲ ਸਮਾਵੈ।
ਇਹ ਜਿਹੜੀ ਪੌਣ ਹੈ ਇਸ ਨੂੰ ਸਮ ਕਰ ਦਿੰਦੇ ਨੇ। ਸਸੀਅਰ ਕੇ ਘਰ ਸੂਰ ਸਮਾਵੇ, ਜੋਗ ਜੁਗਤ ਕੀ ਕੀਮਤ ਪਾਵੇ। ਜਦੋਂ ਇਹ ਪੌਣ ਸਮ ਹੋ ਜਾਂਦੀ ਹੈ, ਸੂਰਜ ਨੂੰ ਚੰਦਰਮਾ ਵਾਲੇ ਪਾਸੇ ਕਰਦੇ ਨੇ, ਇਹ ਰਸਤਾ ਖੁੱਲ ਜਾਂਦਾ ਹੈ। ਜਦੋਂ ਰਸਤਾ ਖੁੱਲਦਾ ਹੈ, ਮੂੰਹ ਖੁੱਲ ਗਿਆ ਤੁਹਾਡਾ, ਇਹ ਮੂੰਹ ਦੇ ਰਾਹੀਂ ਪੌਣ ਦਾ ਸੰਪਰਕ ਹੋ ਜਾਂਦਾ ਹੈ, ਜਿਸ ਘਰਾੜਾ ਵੱਜਦਾ ਹੈ। ਇਹ ਜਿਹੜਾ ਮਨ ਹੈ ਇਹ ਪੌਣ ਨੂੰ ਛੱਡ ਕੇ ਸੁੰਨ ਵਿੱਚ ਚਲਾ ਜਾਂਦਾ ਹੈ। ਪੌਣ ਤੋਂ ਉੱਪਰ ਜਦੋਂ ਚਲਾ ਗਿਆ, ਸੁੰਨ ਵਿੱਚ ਚਲਾ ਗਿਆ, ਤੇ ਸੁੰਨ ਵਿੱਚੋਂ ਪਰਮਾਤਮਾ ਇਸ ਮਨ ਬੱਚੇ ਨੂੰ ਜੋਤ ਪ੍ਰਗਟ ਕਰਦੇ ਨੇ, ਤੇ ਜੋਤ ਪ੍ਰਗਟ ਕਰਨ ਤੋਂ ਬਾਅਦ ਇਸ ਨੂੰ ਇੱਥੇ ਬੁਲਾ ਲੈਂਦੇ ਨੇ ਮਹਿਲ ਦੇ ਵਿੱਚ। ਇਹਨੂੰ ਸੱਚਾ ਮਹਿਲ ਕਹਿੰਦੇ ਨੇ, ਜਿਸ ਨੂੰ ਮਾਰੇ ਗੁਰਬਾਣੀ ਕਹਿੰਦੇ ਨੇ ਐਨਸ ਅੰਦਲੇ ਦੀਪਕ ਦੇ ਭਵਜਲ ਡੂਬਤ ਚਿੰਤ ਕਰੇ। ਜਦੋਂ ਮਨ ਸੁੰਨ ਵਿੱਚ ਗਿਆ, ਪਰਮਾਤਮਾ ਨੇ ਉੱਥੇ ਜੋਤ ਪ੍ਰਗਟ ਕਰ ਦਿੱਤੀ, ਇਧਰ ਘਰਾੜਾ ਵੱਜਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਮਨ ਸਰੀਰ ਨੂੰ ਛੱਡ ਗਿਆ, 9 ਦਰ ਬੰਦ ਹੋ ਗਏ। ਤੁਸੀਂ ਉਸ ਨੂੰ ਨੀਂਦ ਆਖਦੇ ਹੋ, ਲੇਕਿਨ ਮਨ ਕਿੱਥੇ ਚਲਾ ਗਿਆ? ਸੁੰਨ ਵਿੱਚ ਚਲਾ ਗਿਆ। ਤੇ ਸੁੰਨ ਵਿੱਚੋਂ ਜੋਤ ਪ੍ਰਗਟ ਹੋ ਗਈ ਤੇ ਮਨ ਇਸ ਇਲਾਕੇ ਵਿੱਚ ਆ ਗਿਆ, ਜਿਸ ਨੂੰ ਆਪਾਂ ਰਾਤ ਆਖਦੇ ਹਾਂ। ਹੁਣ ਆਪਣੀ ਭਾਸ਼ਾ ਵਿੱਚ ਰਾਤ ਹੈ, ਲੇਕਿਨ ਉੱਥੇ ਦਿਨ ਹੈ, ਉੱਥੇ ਦੇਹੋ। ਹੁਣ ਉੱਥੇ ਪ੍ਰਕਾਸ਼ ਹੋ ਗਿਆ, ਤੇ ਜਦੋਂ ਪ੍ਰਕਾਸ਼ ਹੋ ਗਿਆ ਤੇ ਉੱਥੇ ਪਰਮਾਤਮਾ ਇਸ ਮਨ ਨੂੰ ਸਮਝਾਉਂਦੇ ਨੇ। ਉਹ ਆਂਦੇ ਨੇ ਤੂੰ ਮੈਨੂੰ ਚੇਤਾ ਨਹੀਂ ਕਰਦਾ, ਉੱਧਰ ਜਾ ਕੇ ਇਸ ਸਰੀਰ ਦੇ ਨਾਲ ਜੁੜਿਆ ਰਹਿੰਦਾ ਹੈ। ਹੁਣ ਤੇਰਾ ਸਰੀਰ ਕਿੱਥੇ ਹੈ? ਉੱਥੇ ਜਾ ਕੇ ਜਿਨ੍ਹਾਂ ਦੇ ਨਾਲ ਪ੍ਰੇਮ ਕਰਦਾ ਹੈ, ਜਿਹੜੀਆਂ ਚੀਜ਼ਾਂ ਦੇ ਨਾਲ, ਉਹ ਹੁਣ ਤੇਰੀਆਂ ਕਿੱਥੇ ਨੇ? ਤੇਰਾ ਮਾਤਾ ਪਿਤਾ ਕਿੱਥੇ ਹੈ? ਤੇਰਾ ਪਰਿਵਾਰ ਕਿੱਥੇ ਹੈ, ਜਿਹਦੇ ਵਾਸਤੇ ਸਾਰਾ ਦਿਨ ਭੱਜਾ ਫਿਰਦਾ ਹੈ? ਉੱਥੇ ਫਿਰ ਇਸ ਨੂੰ ਸਮਝਾਉਂਦੇ ਨੇ। ਤੇ ਕੀ ਕਹਿੰਦੇ ਨੇ? ਉਹ ਆਂਦੇ ਨੇ ਕੌਣ ਕੋ ਪੂਤ ਪਿਤਾ ਕੋ ਕਾਕੋ, ਕੌਣ ਮਰੇ ਕੌਣ ਦੇ ਸੰਤਾਪੋ। ਆਂਦੇ ਨੇ ਹੁਣ ਤੇਰਾ ਪਰਿਵਾਰ ਕਿੱਥੇ ਹੈ? ਕੌਣ ਕੋ ਪੁਰਖ ਕੌਣ ਕੀ ਨਾਰੀ, ਇਹ ਸਰੀਰ ਤਤ ਲਿਓ ਵਿਚਾਰੀ। ਆਂਦੇ ਹੁਣ ਤੇਰਾ ਪਰਿਵਾਰ ਕਿੱਥੇ ਹੈ? ਹੁਣ ਤੇਰੇ ਨਾਲ ਕੋਈ ਵੀ ਨਹੀਂ ਆਇਆ ਜਿੱਥੇ ਤੂੰ ਭੱਜਾ ਫਿਰਦਾ ਹੈ। ਹੁਣ ਉੱਥੇ ਇਹ ਕਿਸੇ ਨੂੰ ਪਛਾਣਦਾ ਨਹੀਂ ਹੈ, ਕਿਉਂਕਿ ਉੱਥੇ ਸਰੀਰ ਨਾਲ ਨਹੀਂ ਜਾਂਦਾ। ਜਦੋਂ ਉਧਰ ਗਿਆ ਰਾਤ ਨੂੰ ਆ ਸਾਰਾ ਚੇਤਾ ਭੁੱਲ ਗਿਆ। ਹੁਣ ਆਪਾਂ 6-7 ਘੰਟੇ ਸੌਂਦੇ ਹਾਂ ਸਾਰੇ ਤੁਸੀਂ ਸੌਂਦੇ ਹੋ ਕਿ ਨਹੀਂ ਸੌਂਦੇ? ਹਾਂਜੀ, ਸਾਰੇ ਸੌਂਦੇ ਆ ਨਾ ਰਾਤ ਨੂੰ। ਤੇ ਜਦੋਂ ਸੌਂ ਗਏ, ਇਹ ਸਰੀਰ ਦਾ ਚੇਤਾ ਭੁੱਲ ਗਿਆ, ਤੇ ਕਿੱਥੇ ਗਏ ਰਾਤ ਨੂੰ? ਆਪਾਂ 6-7 ਘੰਟੇ ਆਪਾਂ ਰਹਿੰਦੇ ਹਾਂ, ਕਿੱਥੇ ਰਹਿੰਦੇ ਹਾਂ? ਹੁਣ ਜਿੱਥੇ ਮਨ ਰਾਤ ਨੂੰ ਜਾਂਦਾ ਹੈ, ਗੁਰਬਾਣੀ ਵਿੱਚ ਉੱਥੋਂ ਦਾ ਗਿਆਨ ਦਿੱਤਾ ਹੋਇਆ ਹੈ ਸਾਨੂੰ। ਉਹਨੂੰ ਸੁੰਨ ਮੰਡਲ ਕਹਿੰਦੇ ਨੇ, ਉਹਨੂੰ ਦਰਗਾਹ ਕਹਿੰਦੇ ਨੇ, ਉਹਨੂੰ ਬੇਗਮਪੁਰਾ ਸ਼ਹਿਰ ਕਹਿੰਦੇ ਨੇ, ਜਿੱਥੇ ਜਾ ਕੇ ਤੁਸੀਂ ਸੁਪਨਾ ਦੇਖਦੇ ਹੋ। ਸੁਪਨੇ ਦੇ ਵਿੱਚ ਆਹ ਸਰੀਰ ਨਹੀਂ ਹੁੰਦਾ, ਉੱਥੇ ਮਨ ਦੀਆਂ ਆਪਣੀਆਂ ਗਿਆਨ ਇੰਦਰੀਆਂ ਹੁੰਦੀਆਂ ਨੇ। ਸਰੀਰ ਤੋਂ ਦੇਹ ਤੋਂ ਵਧੇ ਹੋ ਚੁੱਕਾ ਹੁੰਦਾ ਹੈ ਮਨ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸਾਧੂ ਦਾ ਸੰਗ ਕਰੋ, ਜਿਹੜਾ ਤੁਹਾਨੂੰ ਸੁਪਨੇ ਦੀ ਗੱਲ ਸੁਣਾਉਂਦਾ ਹੈ। ਸਾਧ ਚਰਨ ਸਰਣ ਚਿਤ ਲਾਇਆ, ਸੁਪਨ ਕੀ ਬਾਤ ਸੁਣੀ। ਭੇਖੀ ਸੁਪਨਾ ਨਾਮ ਮੰਤਰ ਸਤਿਗੁਰ ਦਰੜਾਇਆ। ਹੁਣ ਇੱਥੇ 6-7 ਘੰਟੇ ਰਹੇ, ਇੱਥੋਂ ਦਾ ਪਤਾ ਹੀ ਨਹੀਂ ਕੋਈ। ਹੁਣ ਫੇਰ ਸਵੇਰੇ ਉਹ ਸਮਝਾਉਂਦੇ ਨੇ ਸਾਰਾ ਵੀ ਜਾ ਕੇ ਉੱਥੇ ਫਿਰ ਧੋਖਾ ਨਾ ਖਾ ਲਿਆ ਜੇ, ਫਿਰ ਮੇਰਾ ਚੇਤਾ ਰੱਖਿਆ ਜੇ ਉੱਥੇ ਜਾ ਕੇ। ਉਹ ਸਵੇਰੇ ਭੇਜਦੇ ਨੇ, ਫਿਰ ਆ ਕੇ ਉੱਠਦੇ ਆ ਸਾਰ ਹੀ ਇੱਕ ਦੂਸਰੇ ਨਾਲ ਪਿਆਰ ਕਰਨ ਲੱਗ ਜਾਂਦਾ ਹੈ। ਰਾਤ ਨੂੰ ਫਿਰ ਭੁੱਲ ਜਾਂਦਾ ਹੈ। ਉਹ ਫਿਰ ਅਗਲੇ ਦਿਨ ਸਮਝਾਉਂਦੇ ਨੇ, ਆਂਦੇ ਹੁਣ ਤੂੰ ਇਕੱਲਾ ਹੀ ਆ ਗਿਆ, ਤੇਰਾ ਪਰਿਵਾਰ ਕਿੱਥੇ ਹੈ? ਹੁਣ ਪਰਿਵਾਰ ਦਾ ਪਤਾ ਨਹੀਂ ਕਿਸੇ ਨੂੰ। ਮਾਰੇ ਕਹਿੰਦੇ ਨੇ ਤੂੰ ਇਕੱਲਾ ਹੀ ਆਉਣਾ ਹੈ, ਇਕੱਲਾ ਹੀ ਜਾਣਾ ਹੈ। ਉੱਥੇ ਤੇਰਾ ਇਹ ਮਾਇਆ ਦੇ ਘਰ ਦੇ ਵਿੱਚ ਇਹ ਜਿਹੜਾ ਰਿਸ਼ਤਾ ਹੈ ਝੂਠਾ ਰਿਸ਼ਤਾ ਹੈ। ਉਹ ਸਰੀਰ ਝੂਠਾ ਹੈ, ਜੋ ਦੇਖ ਰਹੇ ਹੋ ਇਹ ਸਾਰਾ ਝੂਠ ਹੈ। ਉਹ ਆਂਦੇ ਨੇ ਆਵਤ ਅਕੇਲਾ ਜਾਵਤ ਅਕੇਲਾ, ਹਮ ਤੁਮ ਸੰਗ ਝੂਠੇ ਸਾ ਬੋਲਾ। ਹੁਣ ਇਹ ਮਨ ਰੋਜ਼ ਆਉਂਦਾ ਹੈ ਤੇ ਵਾਪਸ ਚਲਾ ਜਾਂਦਾ ਹੈ।
ये दिन रात का खेल चलता पिया है। आंदे ने दिवस रात दोदाई दाया खेले सगल जगत। हुण ये दिन रात का खेल चलता, दिने मन इधर आ गया, रात को उधर चला गया। इस तरह चलदे चलदे मान लो इनू 50 साल हो गए ने। ये जिहड़ा मनमुख है इनू हुण 50 साल हो गए दिन अते रात दे विच खेलदे खेलदे। ਇਹਦੀ उम्र 50 साल हो गई। हुण ਇਹਦੀ ਜਿਹੜੀ उम्र है 50 साल हो गई, तो 25 साल ਇਹਦੀ उम्र है रात की, तो 25 साल है ਇਹਦੀ दिन की। इसे तरह तुसीं अपनी जिहड़ी उम्र है इहनूं डिवाइड कर लेना है। हुण ਇਹਦੀ 25 साल दिन की है, 25 साल ਇਹਦੀ रात की है, जिथे ये रात नूं शरीर छड्ड के जाता है। तो इहनूं पुछदे ने कि रात नूं जदों तुसीं शरीर छड्ड के जांदे हो तो कित्थे जांदे हो, उत्थों दी कोई गल सुणाओ। ये हुण कहंदा मैनूं पता ही नहीं किसी गल दा। ਉਹ ਆਂਦੇ एक दिन की गल नहीं, 2 दिन की, पूरे 25 साल हो गए ने। जदों तुसीं सौ जाते शरीर का चेता भुल गया, तो कित्थे जाते हो तुसीं, कोई उतों की गल दसो सानू। हुण इहनूं चेता ही नहीं उतों का। वो आंदे उधर तुहाडी सभा लगती है, उधर दरगाह है, बेगमपुरा शहर है, अबचल नगर है, सुन मंडल है, परलोक है, सचखंड है, जिथे तुहाडा माता पिता वसदा है। कोई उतों की गल सुनाओ, किस तरह जाते हो रात को सभा दे विच। जदों असीं शरीर छड्ड जाते हाँ, रात को सभा लगती है, असीं उस सभा दे विच चले जाते हाँ सारे। जिस तरह आपां हुण श्री गुरु ग्रंथ साहिब की शरण विच बैठे हाँ, इसे तरह रात को जदों देह छड्डदे ते निरंकार दे दरबार दे विच सभा लगती है, जिथे सारे एकत्र हुंदे ने। उन्होंने गुरबाणी च महाराज कहते हैं, आगम आगाद सुनो जन कथा, पार ब्रह्म की अचरज सभा। हुण इहनूं पता ही नहीं है भी उत्थे की वापरदा है, इधर आके भुल जाता है। आंदे 25 साल तुहाडे व्यर्थ हो गए, तुहानूं पता ही नहीं तुसीं कित्थे गए। ते बाकी 25 साल ऐस देश दे ने तुहाडे, ते 25 साल हो गए तुहानूं इस शरीर दे विच रहिंदे होइआं नूं। ते इत्थे तुहाडे माता पिता ने इस इलाके दे विच तुहानूं निज घर बना के दिता है, जिस दा संबंध इस शरीर दे नाल है। ते तुसीं काम करदे कर्म करदे किन्नी वार निज घर दे विच गए हो, अपने निज घर की कोई गल सुणाओ। हुण इहनूं निज घर दा भी नहीं पता। ये मनमुख कभी निज घर दे विच भी नहीं गया। आस अंदेशा बरंद बंद पराना, महल न पावे फिरत बगाना। ये कभी भी निज महल दे विच नहीं गया। वो आंदा मैनूं निज महल का नहीं पता। जिस आपां रोज़ पढ़ते हाँ, निज घर महल पावो सुख सहजे, बौर न होएगो फिर, सारे पढ़ते हाँ। तो कोई आपां नूं पुछ ले भी निज घर बारे दसो, किवें तुसीं निज घर में जाते हो, निज घर की निशानी की है। ये मन कभी गया ही नहीं। वो आंदा भी निज घर नहीं गया। हुण 25 साल हो गए ने, तो तू निज घर में गया ही नहीं, तेनों अपने घर का ही नहीं पता। ये 25 साल भी तेरे व्यर्थ ही चले गए। 50 साल हो गए ने तेनों इत्थे रहिंदिआं नूं। ना तेनों निज घर का पता है, ना तेनों दरगाह सच्चे महल का पता है। तो चल यही दस दे कि 50 साल हो गए ने तू कित्थे रहिना है। तो यह तो दस सकदा है भी 50 साल हो गए तू कित्थे रहिना है, अपनी कोई गल दस दे। हुण ये पढ़िया लिखिया तो बड़ा है, बड़ी इन्हें PhD की है, पढ़ाई की है, बड़ी डॉक्टरेट की है, पर इसनूं अपने आप का ही नहीं पता। इन्हें दूसरे की पढ़ाई की है, इन्हें हुण अपने आप की पढ़ाई नहीं की, अपने आप को पढ़िया नहीं।
ਮਾਰੇ ਕਹਿੰਦੇ ਨੇ ਪ੍ਰਥਮ ਹੈ ਸਭ ਤੋਂ ਪਹਿਲਾਂ ਮਨ ਪ੍ਰਬੁੱਧ ਹੈ ਆਪਣਾ ਪਾਸ਼ੇ ਅਵਰ ਜਾਵੇ। ਪਹਿਲਾਂ ਅਸੀਂ ਆਪਣੇ ਆਪ ਦੀ ਪੜ੍ਹਾਈ ਕਰਨੀ ਸੀ, ਆਪਣੇ ਆਪ ਨੂੰ ਸਮਝਣਾ ਸੀ। ਇਹਨੇ ਆਪਣੇ ਆਪ ਦੀ ਪੜ੍ਹਾਈ ਨਹੀਂ ਕੀਤੀ। ਉਹ ਕਹਿੰਦੇ 50 ਸਾਲ ਹੋ ਗਏ, ਕਿੱਥੇ ਰਹਿਣਾ ਤੂੰ? ਇਹਨੂੰ ਹੁਣ ਪਤਾ ਹੀ ਨਹੀਂ। ਇਹ ਇੱਥੋਂ ਦਾ ਐਡਰੈਸ ਦੱਸੀ ਜਾਂਦਾ, ਕੋਈ ਇੱਥੋਂ ਦਾ ਦੱਸੀ ਜਾਂਦਾ ਜਿੱਥੇ ਰਹਿੰਦਾ, ਕੋਈ ਆਪਣਾ ਪੋਸਟ ਕੋਡ ਦੱਸੀ ਜਾਂਦਾ ਮੈਂ ਇੱਥੇ ਰਹਿੰਦਾ। ਕਹਿੰਦੇ ਮੈਂ ਤੇਰਾ ਪੁੱਛਣਾ ਪਿਆ ਵੀ ਤੂੰ ਕਿੱਥੇ ਰਹਿਣਾ? 50 ਸਾਲ ਹੋ ਗਏ ਹੈ। ਹੁਣ ਬਹੁਤ ਸਾਰੇ ਮਨ ਐਸੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਅਸੀਂ ਕਿੱਥੇ ਰਹਿੰਦੇ ਹਾਂ, ਅਸੀਂ ਕੌਣ ਹਾਂ। ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਉ ਹਮ ਆਏ। ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ, ਸਾਡਾ ਮਾਤਾ ਪਿਤਾ ਕੌਣ ਆ, ਕਿੱਥੇ ਰਹਿੰਦੇ ਆ, ਇਹਦਾ ਹੁਣ ਪਤਾ ਹੀ ਨਹੀਂ ਇਸ ਨੂੰ। ਆਂਦੇ ਨੇ ਨਾਮ ਉਹ ਛੰਨ ਨਾ ਛੱਪਰੀ, ਨਾਮ ਉਹ ਘਰ ਨਾ ਗਾਉ, ਮਤ ਹਰ ਪੂਛੇ ਕੌਣ ਹੈ, ਮੇਰੇ ਜਾਤ ਕੇ ਨਾਉ। ਆਂਦਾ ਨਹੀਂ ਪਤਾ। ਤੇ ਮਾਰੇ ਕਹਿੰਦੇ ਨੇ ਤੈਨੂੰ ਅਸੀਂ ਦੱਸਨੇ ਕਿੱਥੇ ਰਹਿਣਾ, ਤੈਨੂੰ 50 ਸਾਲ ਹੋ ਗਏ। ਆਂਦੇ ਨਾ ਤੂੰ ਨਿੱਜ ਘਰ ਵਿੱਚ ਗਿਆ, ਨਾ ਤੂੰ ਦਰਗਾਹ ਦੇ ਵਿੱਚ ਤੈਨੂੰ ਭੇਦ ਆਇਆ, ਤੇ ਤੂੰ ਰਹਿ ਰਿਹਾ ਐਸ਼ ਮਾਇਆ ਦੇ ਇਲਾਕੇ ਦੇ ਵਿੱਚ। ਇਹ ਮਾਇਆ ਦੇ ਘਰ ਵਿੱਚ ਜਿੱਥੇ ਤੂੰ ਬੈਠਾ, ਆਂਦੇ ਝਾਤੀ ਮਾਰੇ ਦੇ ਅੰਦਰ ਕਿੱਥੇ ਬੈਠਾ ਹੋਇਆ ਆ? ਕਹਿੰਦੇ ਬਿਸ਼ਟਾ ਅਸਤ ਅਰਕਤ ਪਰੇਟੇ ਚਾਮ। ਆਂਦੇ ਤੂੰ 50 ਸਾਲ ਹੋ ਗਏ ਐਸ ਗੰਦਗੀ ਦੇ ਡੱਬੇ ਦੇ ਵਿੱਚ ਬੈਠਾ ਹੋਇਆ। ਐਸ ਗੰਦਗੀ ਦੇ ਪੌਕਟ ਦੇ ਵਿੱਚ ਅੰਦਰ ਕੀ ਆ? ਬਿਸ਼ਟਾ ਆ, ਗੰਦਗੀ ਆ। ਅਸਤ ਹੱਡਾਂ ਨੇ ਤੇ ਵਿੱਚ ਖੂਨ ਆ, ਤੇ ਉੱਪਰ ਚਮੜਾ ਲਪੇਟਿਆ ਹੋਇਆ। ਤੇ ਜਿਸ ਤਰ੍ਹਾਂ ਕੋਈ ਕਿਸੇ ਨੂੰ ਗਿਫਟ ਪੈਕ ਕਰਕੇ ਦਿੰਦਾ ਬੜਾ ਸੋਹਣਾ, ਵਿੱਚ ਉਹਦੇ ਗੰਦਗੀ ਪਾ ਕੇ ਉੱਪਰ ਵਧੀਆ ਫਲੇਵਰ ਕਾਗਜ਼ ਲਾ ਕੇ ਉਸ ਨੂੰ ਦੇ ਦਿਓ, ਉਹ ਬੜਾ ਸਾਂਭ ਰੱਖਦਾ ਆ। ਆਂਦੇ 50 ਸਾਲ ਹੋ ਗਏ ਤੂੰ ਐਸ ਗੰਦਗੀ ਦੇ ਡੱਬੇ ਨੂੰ ਸਾਂਭ ਰੱਖਣਾ ਪਿਆ। ਇਹਦੇ ਅੰਦਰ ਸਾਰੇ ਪਾਸੇ ਗੰਦਗੀ ਦਾ ਭਰਿਆ ਹੋਇਆ, ਅੰਦਰ ਬਿਸ਼ਟਾ ਆ, ਇਹਦੇ ਅੰਦਰ ਹੱਡਾਂ ਨੇ, ਖੂਨ ਹੈ ਤੇ ਉੱਪਰ ਚਮੜਾ ਲਪੇਟਿਆ ਹੋਇਆ। ਤੇ ਤੂੰ ਚਮੜੇ ਨੂੰ ਸਾਫ਼ ਕਰਕੇ ਤੇ ਉੱਪਰ ਸੋਹਣੇ ਸੋਹਣੇ ਕੱਪੜੇ ਪਾ ਲੈਣਾ ਤੇ ਸੰਸਾਰ ਵਿੱਚ ਤੁਰਿਆ ਫਿਰਦਾ ਵੀ ਮੈਂ ਬੜਾ ਸੋਹਣਾ ਲੱਗਣਾ ਆ। ਤੇ ਉਹ ਆਂਦੇ ਅੰਦਰ ਤਾਂ ਸਾਰਾ ਤੇਰੇ ਗੰਦਗੀ ਭਰੀ ਹੋਈ ਆ। ਇਹ ਜਿਹੜੇ ਨੌਂਦਾਰ ਆ ਇਹਨਾਂ ਦੇ ਵਿੱਚੋਂ ਗੰਦਗੀ ਨਿਕਲਦੀ ਪਈ ਆ। ਇਹਨਾਂ ਨੂੰ ਸਾਫ਼ ਕਰਕੇ ਤੇ ਸੁੰਦਰ ਕੱਪੜੇ ਪਾ ਕੇ ਸ਼ਿੰਗਾਰ ਕਰਕੇ ਤੇ ਤੁਰਿਆ ਫਿਰਨਾ। ਨਾ ਨਿੱਜ ਘਰ ਦੇ ਵਿੱਚ ਜਾਣਾ ਤੇ ਨਾ ਤੂੰ ਸੱਚੇ ਮਹਿਲ ਦੇ ਵਿੱਚ ਜਾਣਾ। ਇਸ ਨੂੰ ਫਿਰ ਮਾਰੇ ਕੀ ਕਹਿੰਦੇ ਨੇ? ਕਹਿੰਦੇ ਮਨ ਨੂੰ ਕਹਿੰਦੇ ਨੇ। ਆਂਦੇ ਮਨ ਕਾਹੇ ਹੰਕਾਰ ਅਫਾਰਾ। ਆਂਦੇ ਕਿਸ ਚੀਜ਼ ਦਾ ਹੰਕਾਰ ਕਰਦਾ ਆ ਤੂੰ? ਅਪਵਿੱਤਰ ਅਪਾਵਨ ਦੁਰਗੰਧ ਮੁਖ ਪੀਤਰ, ਬਾਹਰ ਦਿਸੇ ਸੰਸਾਰਾ। ਆਂਦੇ ਜਿਹੜਾ ਬਾਹਰ ਆ ਇਹ ਸਾਰਾ ਨਾਸ਼ਵਾਨ ਹੋਣ ਵਾਲਾ ਆ, ਅੰਦਰ ਤੇਰੇ ਇਹ ਸਾਰੀ ਗੰਦਗੀ ਭਰੀ ਹੋਈ ਆ, ਤੇ ਤੂੰ ਕਿਸ ਚੀਜ਼ ਦਾ ਮਾਣ ਕਰਦਾ ਮੂਰਖਾ? ਜੇ ਤੂੰ ਆਪਣੇ ਨਿੱਜ ਘਰ ਦੇ ਵਿੱਚ ਨਾ ਹੀ ਗਿਆ, ਸੱਚੇ ਮਹਿਲ ਵਿੱਚ ਪ੍ਰਵੇਸ਼ ਨਹੀਂ ਹੋਇਆ, ਤੇ ਬੜਾ ਦੁੱਖ ਪਾਏਗਾ। ਤੇ ਇਹਨੂੰ ਮਹਾਰਾਜ ਕੀ ਕਹਿੰਦੇ ਨੇ? ਗੁਰਬਾਣੀ ਵਿੱਚ ਸਮਝਾਉਂਦੇ ਨੇ। ਆਂਦੇ ਕਾਪੜ ਪਹਿਰ ਕਰੇ ਚਤਰਾਈ, ਮਾਇਆ ਮੋਹ ਭਰਮ ਭੁਲਾਈ, ਬਿਨ ਗੁਰ ਸੇਵੇ ਬਹੁਤ ਦੁੱਖ ਪਾਈ। ਆਂਦੇ ਬੜਾ ਦੁੱਖ ਪਾਏਗਾ ਜੇ ਤੂੰ ਆਪਣੇ ਘਰ ਵਿੱਚ ਨਹੀਂ ਗਿਆ ਤਾਂ ਵਿਅਰਥ ਚਲ ਜਾਏਗਾ। ਹੁਣ ਇਸ ਮਨਮੁਖ ਨੂੰ ਸਮਝਾਉਂਦੇ ਨੇ, ਪਰ ਇਸ ਨੂੰ ਸਮਝ ਨਹੀਂ ਲੱਗਦੀ। ਆਂਦੇ ਨੇ ਤੂੰ ਆਪਣੇ ਘਰ ਜਾ, ਆਪਣੇ ਘਰ ਦੇ ਵਿੱਚ ਆਉਣਾ ਜਾਣਾ ਬਣਾ ਲੈ, ਦਰਗਾਹ ਦੇ ਵਿੱਚ ਆਉਣਾ ਜਾਣਾ ਬਣਾ ਲੈ, ਆਪਣੇ ਘਰ ਦੀ ਪਹਿਚਾਣ ਕਰ ਲੈ। ਲੇਕਿਨ ਇਹ ਜਿਹੜਾ ਮਨ ਆ ਹੁਣ ਆਪਣੇ ਘਰ ਨਹੀਂ ਜਾਂਦਾ। ਹੌਲੀ ਹੌਲੀ ਇਹ ਜਿਹੜੇ ਸਵਾਸ ਆ ਉਹ ਖਤਮ ਹੋ ਰਹੇ ਆ, ਹੌਲੀ ਹੌਲੀ ਧਨ ਖਤਮ ਹੋ ਰਿਹਾ। ਇਹ ਨਾ ਤਾਂ ਨਿੱਜ ਘਰ ਦੇ ਵਿੱਚ ਗਿਆ, ਨਾ ਸੱਚੇ ਮਹਿਲ ਵਿੱਚ ਗਿਆ। ਹੌਲੀ ਹੌਲੀ ਕੀ ਹੋਇਆ? ਇਹ ਸਵਾਸ ਖਤਮ ਹੋ ਗਏ।
ਇਹਨੂੰ ਬਥੇਰਾ ਦੱਸਦੇ ਰਹੇ, ਸਮਝਾਉਂਦੇ ਰਹੇ, ਪਰ ਇਹਨੇ ਇਸ ਨਾਲ ਪਿਆਰ ਕਰਨਾ ਨਹੀਂ ਛੱਡਿਆ। ਇਹਨੇ ਇਸ ਇਲਾਕੇ ਨੂੰ ਇਹਨੂੰ ਹੀ ਆਪਣਾ ਘਰ ਸਮਝ ਲਿਆ। ਜਿਸ ਤਰ੍ਹਾਂ ਹੁਣ ਤੁਸੀਂ ਦੇਖੋ, ਕਈ ਗੰਦਗੀ ਦੇ ਵਿੱਚ ਰਹਿਣ ਦੇ ਆਦੀ ਹੋ ਜਾਂਦੇ ਆ। ਉਦਾਹਰਨ ਦਿੱਤੀ ਹੈ, ਜਿਸ ਤਰ੍ਹਾਂ ਇੰਗਲਿਸ਼ ਵਿੱਚ ਫਰਾਓ ਕਹਿੰਦੇ ਨੇ ਤੇ ਪੰਜਾਬੀ 'ਚ ਉਹਨੂੰ ਡੱਡੂ ਕਹਿੰਦੇ ਨੇ, ਹਿੰਦੀ 'ਚ ਦਾਦਰ ਕਹਿੰਦੇ ਨੇ। ਹੁਣ ਇਹ ਜਿਹੜਾ ਮਨ ਹੈ ਇਹ ਡੱਡੂ ਦੀ ਨਿਆਈ ਦਾਦਰ ਬਣ ਗਿਆ। ਤੇ ਜਿਸ ਤਰ੍ਹਾਂ ਕਮਲ ਦਾ ਫੁੱਲ ਹੁੰਦਾ ਪਾਣੀ ਦੇ ਵਿੱਚ ਜਿੱਥੇ ਚਿੱਕੜ ਹੋਵੇ, ਤੇ ਜਿਹੜਾ ਡੱਡੂ ਹੈ ਉਹ ਕਮਲ ਦੇ ਫੁੱਲ ਦੇ ਤਣੇ ਦੇ ਨਾਲ ਜੁੜ ਕੇ ਤੇ ਅੰਦਰੋਂ ਜਾਲਾ ਖਾਂਦਾ ਰਹਿੰਦਾ, ਗੰਦਗੀ ਖਾਂਦਾ ਰਹਿੰਦਾ। ਤੇ ਕਮਲ ਦੇ ਫੁੱਲ ਦੇ ਕਰੂੰਬਲੀ ਦੇ ਜੋ ਉੱਪਰ ਜਿਹੜਾ ਰਸ ਹੁੰਦਾ ਆ ਉਹਦਾ ਆਨੰਦ ਨਹੀਂ ਲੈਂਦਾ। ਇਹ ਅਵਸਥਾ ਮਨ ਦੀ ਬਣ ਗਈ ਕਿ ਮਨ ਇਸ ਗੰਦਗੀ ਦੇ ਵਿੱਚ ਬੈਠਾ ਰਿਹਾ। ਇੱਥੇ ਜਿਹੜਾ ਅੰਮ੍ਰਿਤ ਰਸ ਹੈ ਇਹਨੇ ਉਹਦਾ ਆਨੰਦ ਨਹੀਂ ਮਾਣਿਆ। ਤੇ ਮਾਰੇ ਕੀ ਕਹਿੰਦੇ ਨੇ, ਉਹ ਆਂਦੇ ਨੇ, ਇਹ ਮਨ ਮੇਂਢਕੋ, ਇਹ ਤਾਂ ਐਬ ਤਨ ਚੀਕੜੋ, ਇਹ ਮਨ ਮੇਂਢਕੋ, ਕਮਲ ਕੀ ਸਾਰ ਨਹਿ ਮੂਲ ਪਾਈ। ਹੁਣ ਇਹਨੇ ਅੰਮ੍ਰਿਤ ਰਸ ਨੂੰ ਨਹੀਂ ਬੁੱਝਿਆ, ਇਸ ਮਾਇਆ ਦੇ ਘਰ ਵਿੱਚ ਗੰਦਗੀ ਦੇ ਵਿੱਚ ਬੈਠਾ ਰਿਹਾ, ਇਹ ਗੰਦ ਹੀ ਖਾਂਦਾ ਰਿਹਾ। ਤੇ ਹੌਲੀ ਹੌਲੀ ਇਹਦੇ ਮੂੰਹ ਦੇ ਵਿੱਚੋਂ ਹੀ ਗੰਦਗੀ ਦੀ ਬੋ ਆਉਣੀ ਸ਼ੁਰੂ ਹੋ ਜਾਂਦੀ ਹੈ। ਤੇ ਕਿਹਦੇ ਅੰਦਰੋਂ ਆਉਂਦੀ ਆ? ਨਾਮ ਬਿਨਾ ਬਿਰਥਾ ਤਨ ਅੰਧ, ਮੁਖ ਆਵਤ ਤਾਕੇ ਦੁਰਗੰਧ। ਇਹਦੇ ਮੁਖ ਦੇ ਵਿੱਚੋਂ ਦੁਬਦਾ ਦੀ, ਈਰਖਾ ਦੀ, ਨਿੰਦਿਆ ਦੀ, ਚੁਗਲੀ ਦੀ ਇਹ ਬਦਬੂ ਆਉਣੀ ਸ਼ੁਰੂ ਹੋ ਗਈ। ਹੌਲੀ ਹੌਲੀ ਕੀ ਹੋਇਆ, ਇਹਦੇ ਸਵਾਸ ਖਤਮ ਹੋ ਗਏ। ਇਹਨੂੰ ਬਥੇਰਾ ਸਮਝਾਇਆ ਵੀ ਤੂੰ ਆਪਣੇ ਘਰ ਜਾ, ਤੇਰਾ ਮਾਤਾ ਪਿਤਾ ਆਵਾਜ਼ਾਂ ਮਾਰਦਾ, ਪਰ ਇਹ ਡੱਡੂ ਦੀ ਨਿਆਈ ਬੈਠਾ ਹੋਇਆ, ਇਹਨੇ ਆਪਣੇ ਘਰ ਦੀ ਖੋਜ ਨਹੀਂ ਕੀਤੀ। ਜੇ ਇਸ ਨੂੰ ਕੋਈ ਕਹਿੰਦਾ ਹੈ ਨਾ, ਇਹ ਅੱਗੋਂ ਜਵਾਬ ਦਿੰਦਾ, ਇਹ ਜੱਗ ਮਿੱਠਾ ਅਗਲਾ ਕਿੰਨੇ ਡਿੱਠਾ। ਇਹ ਕਹਿੰਦਾ ਸਾਰਾ ਕੁਝ ਤਾਂ ਇੱਥੇ ਹੀ ਹੈ, ਅੱਗਾ ਕਿਹੜਾ ਕਿਸੇ ਨੇ ਦੇਖਿਆ ਹੈ। ਇਹ ਅੱਗਾ ਮੰਨਦਾ ਹੀ ਨਹੀਂ ਹੈ ਵੀ ਅੱਗੇ ਕੁਝ ਹੈ ਹੀ ਨਹੀਂ ਹੈ। ਹਾਲਾਂਕਿ ਰੋਜ਼ ਰਾਤ ਨੂੰ ਇਹ ਸਰੀਰ ਛੱਡ ਕੇ ਜਾਂਦਾ ਇੱਥੇ, ਦਿਨੇ ਇੱਧਰ ਆ ਗਿਆ, ਦਿਵਸ ਰਾਤ ਦੋਇ ਦਾਈ ਦਾਇਆ ਖੇਲੇ, ਰਾਤ ਨੂੰ ਸਰੀਰ ਛੱਡ ਕੇ ਚਲਾ ਜਾਂਦਾ। ਫਿਰ ਵੀ ਇਹਨੂੰ ਨਹੀਂ ਪਤਾ ਲੱਗਦਾ। ਕਹਿੰਦਾ ਅੱਗਾ ਕਿਹੜਾ ਕਿਸੇ ਨੇ ਦੇਖਿਆ, ਮਰਨ ਤੋਂ ਬਾਅਦ ਕਿਹੜਾ ਕਿਸੇ ਨੇ ਦੇਖਿਆ। ਇਹ ਨਹੀਂ ਮੰਨਦਾ। ਇਹਦੀ ਅਵਸਥਾ ਇੱਕ ਖੂਹ ਦੇ ਡੱਡੂ ਵਰਗੀ ਬਣ ਗਈ। ਜਿਸ ਤਰ੍ਹਾਂ ਖੂਹ ਦੇ ਵਿੱਚ ਜਿਹੜਾ ਡੱਡੂ ਦਾਦਰ ਰਹਿੰਦਾ, ਉਸ ਨੂੰ ਬਾਹਰ ਦੀ ਸੋਝੀ ਨਹੀਂ ਹੁੰਦੀ। ਤੇ ਕੀ ਹੋਇਆ, ਸਮੁੰਦਰ ਦੇ ਵਿੱਚ ਛੱਲ ਆਈ ਤੇ ਸਮੁੰਦਰ ਦੇ ਵਿੱਚ ਰਹਿਣ ਵਾਲਾ ਡੱਡੂ ਉਹ ਰੁੜਦਾ ਹੋਇਆ ਖੂਹ ਦੇ ਵਿੱਚ ਜਾ ਡਿੱਗਾ। ਤੇ ਜਿਹੜਾ ਖੂਹ ਦੇ ਵਿੱਚ ਰਹਿਣ ਵਾਲਾ ਉਹਨੂੰ ਪੁੱਛਦਾ ਕਿੱਥੋਂ ਆਇਆ, ਉਹ ਆਂਦਾ ਮੈਂ ਸਮੁੰਦਰ ਦੇ ਵਿੱਚੋਂ ਆਇਆ। ਉਹ ਆਂਦਾ ਸਮੁੰਦਰ ਕੀ ਹੁੰਦਾ ਹੈ? ਉਹ ਆਂਦਾ ਸਮੁੰਦਰ ਜਿੱਥੇ ਬਹੁਤ ਪਾਣੀ ਹੈ। ਤੇ ਉਹ ਪੁੱਛਦਾ ਵੀ ਇਹਦੇ ਨਾਲੋਂ ਵੀ ਜ਼ਿਆਦਾ? ਉਹ ਆਂਦਾ ਇਹ ਤਾਂ ਕੁਝ ਵੀ ਨਹੀਂ। ਉਹ ਛਾਲ ਮਾਰਦਾ, ਕਹਿੰਦਾ ਉਹ ਤਾਂ ਬਹੁਤ ਵੱਡਾ। ਤੇ ਖੂਹ ਵਿੱਚ ਰਹਿਣ ਵਾਲਾ ਡੱਡੂ ਇੱਕ ਦੂਜੇ ਛਾਲ ਮਾਰਦਾ, ਕਹਿੰਦਾ ਐਡਾ ਵੱਡਾ? ਉਹ ਆਂਦਾ ਨਹੀਂ, ਮਿਣਿਆ ਹੀ ਨਹੀਂ ਜਾ ਸਕਦਾ, ਬੇਅੰਤ ਹੈ। ਪਰ ਉਹਦੇ ਮੰਨਣ ਵਿੱਚ ਨਹੀਂ ਆਉਂਦੀ, ਕਿਉਂਕਿ ਉਹਨੇ ਸਮੁੰਦਰ ਦੇਖਿਆ ਨਹੀਂ। ਐਸੀ ਅਵਸਥਾ ਵਿੱਚ ਮਹਾਰਾਜ ਕਹਿੰਦੇ ਨੇ, ਐਸ ਮਨ ਦੀ ਬਣ ਗਈ। ਕੂਪ ਭਰਿਓ ਜੈਸੇ ਦਾਦਰਾ। ਕੂਪ ਹੁੰਦਾ ਹੈ ਖੂਹ, ਤੇ ਜਿਸ ਤਰ੍ਹਾਂ ਖੂਹ ਦੇ ਵਿੱਚ ਡੱਡੂ ਫਸਿਆ ਹੋਇਆ, ਆਉਂਦੇ ਨੇ ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਸੂਝ, ਐਸੇ ਮੇਰਾ ਮਨ ਵਿਖਿਆ ਬਮੋਹਿਆ, ਕਛ ਆਰਾ ਪਾਰ ਨਾ ਬੂਝ। ਉਹਨੂੰ ਫਿਰ ਉਧਰ ਦਾ ਪਤਾ ਹੀ ਨਹੀਂ। ਉਹ ਕਹਿੰਦਾ ਇਹ ਜੱਗ ਮਿੱਠਾ ਅਗਲਾ ਕਿੰਨੇ ਡਿੱਠਾ। ਜੇ ਕੋਈ ਦੱਸਦਾ ਹੈ ਬੜੀਆਂ ਸਿਆਣਪਾਂ ਝਾੜਦਾ ਹੈ, ਇਹ ਤਾਂ ਐਵੇਂ ਹੀ ਮਾਰੀ ਜਾਂਦੇ ਨੇ, ਇਹ ਤਾਂ ਝੂਠ ਮਾਰਦੇ ਨੇ, ਇਹ ਤਾਂ ਇਸ ਤਰ੍ਹਾਂ ਹੁੰਦਾ ਹੈ। ਹੁਣ ਹੌਲੀ ਹੌਲੀ ਕੀ ਹੋਇਆ, ਇਹ ਸਵਾਸ ਖਤਮ ਹੋ ਗਏ, ਕਿਉਂਕਿ ਇਹ ਜਿਹੜਾ ਖੇਲ ਹੈ ਸਵਾਸਾਂ ਦੁਆਰਾ ਚੱਲਦਾ ਹੈ। ਆਪਣਾ ਜਿਹੜਾ ਜੀਵਨ ਹੈ ਇਹ ਸਵਾਸ ਦੇ ਆਸਰੇ ਹੈ। ਇਹ ਜਿਹੜਾ ਸਰੀਰ ਹੈ ਪੌਣ ਵਿੱਚ ਪਰੋਇਆ ਹੋਇਆ ਹੈ। ਜਿੰਨੇ ਵੀ ਆਕਾਰ ਸਾਰੇ ਪੌਣ ਵਿੱਚ ਪਰੋਏ ਹੋਏ ਨੇ। ਮਾਰੇ ਗੁਰਬਾਣੀ 'ਚ ਕਹਿੰਦੇ ਨੇ ਪਵਨ ਪਰੋਇਆ ਸਗਲ ਆਕਾਰਾ। ਪੌਣ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ।
ਜਦੋਂ ਉਹ ਪਾਉਣ ਛੱਡਦੇ ਨੇ खेल शुरू हो जाता है, जदों पाउन रोक लेंदे ने खेल खत्म हो जाता है। मर कहते ने पवने खेल किया सब थाई, कला खिंच टहाइंदा। हुण ये अपने घर भी नहीं गया, सच्चे महल विच भी नहीं गया, की होया इहदे हौली हौली सवास रुक गए। सवास तो एक दिन रुकने ही ने, क्योंकि गिणती दे सवास हुंदे ने। मर कहते ने गण घाले सब दिवसास, नह बडन घटना तिलसार। ये जिहड़े सवास ने ये सवासां दे हुंदियां हुंदियां असीं अपने घर जाना हुंदा है, लभना हुंदा है। ये मौका है साडे कोल, जिस नूं महाराज गुरबाणी विच दसदे ने, ए तेरी अवसर ए तेरी बार, बहुविध कहो पुकार पुकार, कहो कबीर जीत के हार। ये सवासां दे हुंदियां हुंदियां जे तां घर चला गया जित गया, तो जे नहीं गया तो हार गया। हुण ये घर नहीं गया, ये सवास खत्म हो गए। तो जदों सवास खत्म हो गए, ये दरगाह दे विच चिट्ठी पाड़ दी गई। हुण सानू सारिआं नूं एक चिट्ठी दित्ती है परमात्मा ने। जदों असीं ऐस परलोक दे विचों ऐस लोक दे विच प्रवेश करते हाँ, तो सानू एक चिट्ठी दी जाती है। जिस तरह तुहाडे कोल पासपोर्ट होंदा है, उहदे उपर एक स्टैंप होंदी है वीज़ा, भी इन्ना चिर इस देश विच रह सकदा है। जदों असीं परलोक विचों इस लोक विच आउंदे हां, साडे कोल चिट्ठी हुंदी है, तो उस चिट्ठी के उपर एक स्टैंप पैड लगा हुंदा है भी किन्ना चिर इस देश विच इस लोक विच रह सकदे ने। उस चिट्ठी के उपर लिखिया हुंदा है, जिस नूं महाराज कहंदे ने जेहा चीरी लिखिया ते है हुक्म कमाए, कल्ले आवे नानका सदे उठी जाए। हुण जिहड़ा चिट्ठी देण वाला है वह निरंकार है, उहने सानू सारिआं नूं चिट्ठी दित्ती है। ते ये चिट्ठी कदों मिलदी है सानू? ये जदों साडा माता दे गर्भ दे विच शरीर तैयार हो जाता है बन के, ते मन नूं जदों शरीर दे नाल जोड़न लगदे ने, उदों वो परवाना लिखते हैं, उदों चिट्ठी लिखते हैं। तो चिट्ठी लिख के परमात्मा हुक्म करता है भी इहदे विच कोई फेर बदल नहीं कर सकता, इस चिट्ठी दे विच कोई वाध घाट नहीं कर सकता, जो लिखिया है पढ़ के सुना सकता है। तो कदों लिखी जाती है चिट्ठी? मारे गुरबाणी जी कहते हैं, किरत पया परवाना लिखिया, बौड़ हुक्म ना होई, जैसा लिखिया तैसा पढ़िया, नानक मेट न सके कोई। हुण वो जदों परवाना दिता तो मन इधर आ गया, उन्होंने चिट्ठी कहते हैं। तो जदों ये सवास खत्म हो गए, वो चिट्ठी पाड़ देंदे ने। जिहदी चिट्ठी पाड़ जाए उन्होंने मौत आउंदी है, उन्होंने शरीर छड्डना पैंदा है। हुण इहदी मनमुख दी इहदा समा खत्म हो गया। मर कहंदे ने जिनकी चीरी दरगे पाटी, तिन्ना मरना पाई। इहदी चिट्ठी पाड़ दी गई, तो नवा परवाना दिता गया जमा नूं भी जाओ इस नूं लैके आओ। तो ये कित्थे बैठा होया है? ऐस माया दे घर दे विच, इत्थे। हुण इत्थे मन बैठा होया, इहनूं अपने घर दा नहीं पता भी मैं जाना कित्थे, इत्थे बैठा होया सी। आए ने जम लैण वास्ते, वो आके इसनूं कहण लगे, वो आंदे अमल सिरानो लेखा देना, आए कठन दूत जम लेना, क्या ते खटिया कहाँ गवाया, चलो सिताब दीवान बुलाया, हर फरमान दरगे का आया। वो आंदे ने तुहानूं वापस बुला लिया गया है, आ सानू लिख के चिट्ठी दी है, तो चलो वापस चलो, सदा आ गया है तुहानूं। हुण जदों इसनूं आके दिखाया तो खेल रहा है इत्थे, इहनूं अचिंते बाज पैंदे ने, इहनूं नहीं पता हुंदा। हुण इहने सोचिया ही नहीं सी कदी। उन्हां आके परवाना दिखाया, आ जिथे नाभी है, इस नाभी के उपर गंढ दी हुंदी है,
ਇਹ ਤਿੰਨਾਂ ਚੀਜ਼ਾਂ ਦਾ ਸੰਯੋਗ ਕੀਤਾ ਹੁੰਦਾ ਹੈ। ਜਦੋਂ ਮਾਤਾ ਦੇ ਉਦਰ ਵਿੱਚ ਇਹ ਸਰੀਰ ਤਿਆਰ ਹੁੰਦਾ ਹੈ, ਸਭ ਤੋਂ ਪਹਿਲਾਂ ਅੰਦਰ ਸ਼ਬਦ ਰੱਖਿਆ ਜਾਂਦਾ ਹੈ, ਨਾਮ ਉਸ ਨੂੰ ਕਹਿੰਦੇ ਨੇ। ਉਹਦੇ ਉੱਪਰ ਸੂਖਮ ਆਕਾਰ ਦਿੱਤਾ ਜਾਂਦਾ ਹੈ। ਸੂਖਮ ਆਕਾਰ ਦੇ ਉੱਪਰ ਤੱਤਾਂ ਦਾ ਕੱਪੜਾ ਦੇ ਕੇ ਉਹਨੂੰ ਸ਼ਬਦ ਦੁਆਰਾ ਸੀਤਾ ਜਾਂਦਾ ਹੈ। ਸੀਣ ਤੋਂ ਬਾਅਦ ਨਾਭੀ ਦੇ ਉੱਪਰ ਗੰਢ ਦਿੱਤੀ ਜਾਂਦੀ ਉਸ ਦੀ, ਜਿਸ ਨੂੰ ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਨੇ, ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਤੇ ਜਦੋਂ ਇਸ ਨੂੰ ਸੀਂਦੇ ਨੇ ਤੇ ਗੰਢ ਦਿੰਦੇ ਨੇ ਕਰਮਖੰਡ ਦੇ ਵਿੱਚ, ਉੱਥੇ ਸਰੀਰ ਤਿਆਰ ਹੁੰਦਾ ਹੈ। ਜੇ ਤੁਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹੋ, ਉਹਦੇ ਵਿੱਚ ਤੁਹਾਨੂੰ ਸਾਰਾ ਭੇਦ ਖੁੱਲ੍ਹ ਜਾਏਗਾ ਵੀ ਕਿਸ ਤਰ੍ਹਾਂ ਧਰਮਖੰਡ ਦੇ ਵਿੱਚ ਤੱਤ ਤਿਆਰ ਕੀਤੇ ਜਾਂਦੇ ਨੇ, ਕੱਚਾ ਮਾਲ। ਧਰਮਖੰਡ ਕਹੋ, ਧਰਮ ਕੱਚ ਪਕਾਈ ਉੱਥੇ ਪਾਏ। ਸਰਮਖੰਡ ਦੇ ਵਿੱਚ ਮਨ ਦਾ ਜਨਮ ਹੁੰਦਾ ਹੈ। ਗਿਆਨ ਖੰਡ ਦੇ ਵਿੱਚ ਅਨਹਦ ਧੁਨਾਂ ਘੜੀਆਂ ਜਾਂਦੀਆਂ ਨੇ। ਤੇ ਕਰਮਖੰਡ ਦੇ ਵਿੱਚ ਨਾਮ ਰੱਖ ਕੇ ਉੱਪਰ ਸੂਖਮ ਆਕਾਰ ਦੇ ਕੇ ਉਹਦੇ ਉੱਪਰ ਜਿਹੜੇ ਤੱਤ ਨੇ, ਉਹਨਾਂ ਤੱਤਾਂ ਦਾ ਕੱਪੜਾ ਦੇ ਕੇ ਉਹਨੂੰ ਸੀਤਾ ਜਾਂਦਾ ਹੈ, ਜਿਹਨੂੰ ਮਾਰੇ ਕਹਿੰਦੇ ਨੇ ਤਿੱਥੇ ਸੀਤੋ ਸੀਤਾ ਮਹਿਮਾ ਮਾਏ। ਫਿਰ ਇੱਕ ਆਕਾਰ ਤਿਆਰ ਹੁੰਦਾ ਹੈ, ਤਾਂ ਕਿ ਰੂਪ ਨਾ ਕਥਨੇ ਜਾਏ। ਉਹਦੀ ਗੰਢ ਦਿੱਤੀ ਹੁੰਦੀ ਹੈ ਨਾਭੀ ਦੇ ਉੱਪਰ। ਹੁਣ ਜਿੰਨਾ ਚਿਰ ਇਥੋਂ ਗੰਢ ਨਹੀਂ ਖੁੱਲ੍ਹਦੀ, ਉਹਨਾਂ ਚਿਰ ਮੌਤ ਨਹੀਂ ਹੁੰਦੀ। ਹੁਣ ਇਹਦਾ ਸਵਾਸ ਹੀ ਖਤਮ ਹੋ ਗਏ ਨੇ, ਇਹ ਜੰਮ ਇਥੋਂ ਗੰਢ ਖੋਲ੍ਹਦੇ ਨੇ। ਉਹ ਆਏ ਨੇ ਲੈਣ ਵਾਸਤੇ, ਉਹਨਾਂ ਨੇ ਕੀ ਕੀਤਾ, ਇਥੋਂ ਗੰਢ ਖੋਲ੍ਹ ਦਿੱਤੀ। ਇਹ ਬੜਾ ਜ਼ਰੂਰੀ ਹੈ ਆਪਣੇ ਵਾਸਤੇ, ਸਾਰਿਆਂ ਵਾਸਤੇ ਸੁਣਨਾ, ਕਿਉਂਕਿ ਇਹ ਮੌਕਾ ਸਾਨੂੰ ਸਾਰਿਆਂ ਨੂੰ ਮਿਲਣਾ ਹੈ। ਇਹ ਮੌਤ ਆਪਾਂ ਨੂੰ ਸਾਰਿਆਂ ਨੂੰ ਇੱਕ ਅਵਸਰ ਮਿਲਣਾ ਹੈ। ਮੌਤ ਇੱਕ ਬੜਾ ਅੱਛਾ ਅਵਸਰ ਹੈ, ਮੌਕਾ ਹੈ, ਜੋ ਸਾਨੂੰ ਸਾਰਿਆਂ ਨੂੰ ਮਿਲਦਾ ਹੈ, ਜਿਸ ਵਿੱਚ ਅਸੀਂ ਪਾਰ ਬ੍ਰਹਮ ਦੇ ਨਾਲ ਮਿਲਾਪ ਕਰ ਸਕਦੇ ਹਾਂ। ਜੇ ਅਸੀਂ ਆ ਮਰਨਾ ਸਿੱਖਿਆ ਹੋਏਗਾ, ਜੇ ਤਰੀਕਾ ਸਿੱਖਿਆ ਹੋਏਗਾ, ਤਾਂ ਫਿਰ ਮੌਤ ਅੱਛੀ ਹੈ। ਤੇ ਜੇ ਮਰਨਾ ਨਹੀਂ ਸਿੱਖਿਆ, ਫਿਰ ਬੜੀ ਭਿਆਨਕ ਹੈ। ਜਿਨ੍ਹਾਂ ਨੇ ਮਰਨਾ ਸਿੱਖਿਆ ਹੈ ਤੇ ਮਹਾਰਾਜ ਗੁਰਬਾਣੀ 'ਚ ਦੱਸਦੇ ਨੇ, ਉਹਨਾਂ ਦੀ ਮੌਤ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਮਰ ਕਹਿੰਦੇ ਨੇ, ਮਰਨ ਨਾ ਮੰਦਾ ਲੋਕਾ ਆਖੀਏ, ਜੇ ਮਰ ਜਾਣੇ ਐਸਾ ਕੋਏ। ਸੇਵੋ ਸਮਰੱਥ ਸਾਹਿਬ ਆਪਣਾ, ਆਗੇ ਪੰਥ ਸਹਿਲਾ ਹੋਏ। ਪੰਥ ਸਹਿਲੇ ਜਾਵੋ ਥਾਂ ਭਲ ਪਾਵੋ, ਆਗੇ ਮਿਲੇ ਵਡਾਈ। ਭੇਟੇ ਸਿਓ ਜਾਵੋ ਸੱਚ ਸਮਾਵੋ, ਤਾਂ ਪਤ ਲੇਖੇ ਪਾਈ। ਮਹਿਲੀ ਜਾਏ ਪਵੋ ਖਸਮੇ ਭਾਵੋ, ਰੰਗ ਸਿਓ ਰਲੀਆਂ ਮਾਣੇ। ਮਰਨ ਨਾ ਮੰਦਾ ਲੋਕਾ ਆਖੀਐ, ਜੇ ਕੋਈ ਮਰ ਜਾਣੇ। ਜੇ ਕਿਸੇ ਨੂੰ ਮਰਨਾ ਆਉਂਦਾ ਹੈ, ਉਹਦੇ ਵਾਸਤੇ ਮੌਤ ਅੱਛੀ ਹੈ, ਪਰ ਇਸ ਮਰਮੁਖ ਨੇ ਮਰਨਾ ਨਹੀਂ ਸਿੱਖਿਆ। ਇਹਦੇ ਬਾਰੇ ਮਾਰ ਕਹਿੰਦੇ ਨੇ, ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣਿਆ ਕੋਈ। ਇਹਨੇ ਮਰਨਾ ਨਹੀਂ ਸਿੱਖਿਆ। ਇੱਥੋਂ ਇਹਦੀ ਗੰਢ ਖੋਲ੍ਹ ਦਿੱਤੀ। ਪਾਂਦੇ ਖੁੱਲੀ ਗੰਠ ਉਠੋ, ਲਿਖਿਆ ਆਇਆ ਰਾਮ। ਜਦੋਂ ਇੱਥੋਂ ਗੰਢ ਖੁੱਲ੍ਹੀ, ਇੱਧਰੋਂ ਪੌਣ ਰੋਕ ਦਿੱਤੀ, ਇੱਧਰੋਂ ਨਾ ਗੰਢ ਖੋਲ੍ਹ ਦਿੱਤੀ। ਜਿਹੜੀ ਅੰਦਰ ਪੌਣ ਜਮ੍ਹਾਂ ਸੀ, ਐਸਾ ਹੌਕਾ ਜਿਹਾ ਨਿਕਲਿਆ, ਉਹ ਪੌਣ ਬਾਹਰ ਹੋ ਗਈ। ਜਿਸ ਤਰ੍ਹਾਂ ਆਪਾਂ ਰਾਤ ਨੂੰ ਸੌਂਦੇ ਹਾਂ, ਇਸੇ ਤਰ੍ਹਾਂ ਹੀ ਮਰਨ ਸਮੇਂ ਵੀ ਹੁੰਦਾ ਹੈ। ਉਹ ਹੀ ਪ੍ਰੈਕਟੀਕਲ ਹੁੰਦਾ ਹੈ। ਜਿਸ ਤਰ੍ਹਾਂ ਰਾਤ ਨੂੰ ਆਪਾਂ ਸੌਂਦੇ ਹਾਂ, ਰਾਤ ਨੂੰ ਸਿਰਫ ਘਰਾੜਾ ਵੱਜਦਾ ਰਹਿੰਦਾ ਹੈ, ਸਰੀਰ ਛੱਡਣ ਵਾਲੇ ਸਿਰਫ ਇੱਕ ਹੀ ਵਾਰ ਹੀ ਹੌਕਾ ਨਿਕਲਦਾ, ਇਹ ਪੌਣ ਬਾਹਰ ਹੋ ਜਾਂਦੀ ਹੈ। ਹੁਣ ਜਦੋਂ ਇੱਥੋਂ ਗੰਢ ਖੁੱਲ੍ਹੀ, ਪੌਣ ਬਾਹਰ ਚਲੇ ਗਈ, ਇਹ ਗੰਢ ਖੋਲ੍ਹ ਦਿੱਤੀ ਉਹਨਾਂ। ਕਹਿੰਦੇ ਖੁੱਲ੍ਹੀ ਗੰਠ ਉਠੋ, ਲਿਖਿਆ ਆਇਆ ਰਾਮ। ਰਸ ਕਸ ਸੁਖ ਸਭ ਠਾਕੇ, ਬੰਦ ਚਲਾਇਆ ਰਾਮ। ਇਹ ਗੰਢ ਖੋਲ੍ਹ ਕੇ ਤੇ ਜੰਮ ਥੋੜਾ ਦੂਰ ਚਲੇ ਗਏ, ਕਿਉਂਕਿ ਜਦੋਂ ਗੰਢ ਖੁੱਲ੍ਹਦੀ ਹੈ ਤੇ ਪਰਮਾਤਮਾ ਵੇਖੋ ਕਿੰਨਾ ਕਿਰਪਾਲੂ ਹੈ, ਆਪਣਾ ਮਾਤਾ ਪਿਤਾ। ਉਹ ਅਖੀਰਲੇ ਸਵਾਸ ਤੱਕ ਵੀ ਬੱਚੇ ਨੂੰ ਉਡੀਕਦਾ ਰਹਿੰਦਾ ਹੈ ਕਿ ਬੱਚਾ ਘਰ ਆ ਜਾਏ। ਇੱਧਰੋਂ ਗੰਢ ਖੁੱਲ੍ਹੀ, ਉਹਨੇ ਜਮਾਂ ਨੂੰ ਹੁਕਮ ਦਿੱਤਾ ਤੇ ਪਾਸੇ ਚਲੇ ਜਾਓ ਕਿ ਮੈਂ ਬੱਚੇ ਨੂੰ ਆਵਾਜ਼ ਮਾਰਨੀ ਹੈ। ਇੱਧਰੋਂ ਗੰਢ ਖੁੱਲ੍ਹਦੀ ਹੈ, ਉੱਧਰੋਂ ਪਰਮਾਤਮਾ ਆਵਾਜ਼ ਮਾਰਦਾ ਹੈ। ਜਦੋਂ ਆਵਾਜ਼ ਮਾਰਦਾ ਹੈ, ਅੰਦਰ 5 ਸ਼ਬਦ ਤੇਜ਼ ਹੋ ਜਾਂਦੇ ਨੇ। 5 ਸ਼ਬਦ ਇੰਨੀ ਜ਼ੋਰ ਨਾਲ ਪ੍ਰਗਟ ਹੁੰਦੇ ਨੇ
कि जिहड़ी रीढ़ की हड्डी है जिहदे विच सुखमन नाड़ी चलती है, जिहदे विच 5 शब्द चलते हैं, जिन्हों गुरबाणी में 6 घर भी कहिंदे ने, वो 6 चक्कर बना के चलती है। इस तरह 6 दरां दे विच 5 दे विच 5 शब्द चलते हैं। जदों 6वां दर खुलता है वो शब्द इकट्ठा वजदा है, उन्होंने 6 घर 6 गुर 6 उपदेश बाणी विच कहिंदे ने। ते जदों मालिक बोलता है 5 शब्द प्रगट होंदे ने। मारे गुरबाणी में समझाउंदे आंदे 5 शब्द वजे मत गुरमत, वडभागी अनहद वजया, आनंद मूल राम सब देखिया, गुर शब्दी गोबिंद गजया। जदों गोबिंद गजदा है बोलता है बहुत जोरदार आवाज़ होंदी है, इन्नी जोरदार आवाज़ होंदी कि जिस तरह तुहाडे मस्तक दे विच आण के जहाज वज गया, इन्ना जोरदार धमाका हुंदा है। हुण भी जिहड़े तुहाडे विचों गुरमुख अभ्यास करनगे कई दफ़ा उन्होंने अंदर भी सहज में जाके धमाका हो सकता है, पर उदों बहुत जोरदार आवाज़ होंदी है। इन्नी जोरदार आवाज़ हुई ये जम ते पासे चले जाते हैं। वो आंदे शब्द सुने तो दूरों भागे, मत मारे हर जीओ वे परवाह है। भी किते मालक सानू झिड़क ना मार दे। इधरों शब्द गजया, ये मनमुख ने कदी अनहद शब्द नूं नहीं सुनिया, इन्हें अनहद बाणी नूं सुनिया ही नहीं, इनू पछाण ही नहीं है। जदों शब्द गजया ये आप डर गया भी धमाका होया, पता नहीं की हो गया। धमाका होने दे नाल ही ये तत्त खिलर लग जाते हैं, मिट्टी तत्त डिग पैंदा है, अगन दे भांबड़ मचन लग जाते हैं। ये मनमुख डर जाता है तो डर के जमा वाले पासे भजदा है, तो जदों उधर नूं जांदा ते जम इस नूं पकड़ लैंदे ने। वो पछाण लैंदे ने भी ये नगुरा है, ਇਹਦਾ गुरु पूरा नहीं है। जे ਇਹਦਾ गुरु पूरा हुंदा तो इसनूं शब्द की पछाण होनी सी। इन्हें शब्द नूं नहीं पकड़िया, इन्हें शब्द की पछाण नहीं की। ये जमा ने इसनूं पकड़ लिया, ये शब्द गजया तो हौली हौली इस काया नूं छड्डदा होया जिहड़ा शब्द है वो इत्थे सुन मंडल विच समा जांदा है आके। इधरों ये जिहड़े तत्त ने वो डिग पैंदे ने। सब तो पहला मिट्टी तत्त डिग पिया, क्योंकि शब्द दे विच तत्त परोए होए हुंदे ने सारे। जदों आपां 10वें द्वार दे विच जांदे हां उथों सानूं ये पता लगता है सारा। मारे गुरबाणी में दसदे ने, कहंदे धावत थम्मिया सतगुर मिलिए, 10वां द्वार पाया, तिथे अमृत भोजन, सहज धुन उपजे, जित शब्द जग थम रहाया। तै अनेक वाजे सदा आनंद है, सच्चे रिया समाए, इउं कह नानक तावत थम्मिया, निज कर वसिया आए। हुण इस तरह मिट्टी खिलर गई, अगन नूं छड्डिया, अगन दे भांबड़ मचन लग पे, पानी ते अगन आपस में मिल के एक नदी बन गई, इहनूं कहंदे ने बिमल नदी। इधर जमा ने मनमुख नूं पकड़िया होया ते शरीर दे विचों बाहर कड्ढण लगे ने। हुण सामने अगन दीयां भांबड़ मच रहे ने, नदी है। हुण इस नूं अगन दी नदी दे विच दी जदों लंघाउंदे ने ते उत्थे की सीन बनदा है। मारी गुरबाणी दसदे ने, आंदे आगे बिमल नदी, अगन बिख झेला, तिथे अवर न कोई जियो अकेला। पड़ पड़ अगन सागर दे लहरी, पर दजे मनमुखताई है। हुण जदों इस नूं शरीर दे विचों बाहर कढदे ने, जिंद रमाणी कढीए हड्डां कू कड़काए, बड़ा दुख हुंदा है। इत्थे बेनती करदा कि मैनूं किसी होर रस्ते लै चलो, ते उत्थे इहनूं कहंदे ने दो ही तां रस्ते सी, लिव ते धात, तीसरा तो कोई राह ही नहीं, तैनूं किधर दी लैके चलीए। आंदे ने लिव धात दोए राह है, हुक्मी कार कमाए। आंदे ने लिव दा रस्ता तो लभ्या नहीं शब्द दा, आ ते हुण धात दा रस्ता है। फिर इस नूं उधर दी नगाउंदे ने, दुखी हुंदा है। ते जदों इहनूं पकड़िया जमा ने, ये पाउण नाल वख हो गया, इहदे आले दुआले सारे खड़े हुंदे ने, इहनूं आवाज़ां मारदे ने, ये सुणदा नहीं है। अंत न वेखण सुन न अंत, अंत न जापे क्या मन मंत।
हुण उत्थे इन्हां नूं पता नहीं मेरे नाल मेरी आवाज़ इहदी कोई सुणदा नहीं, ये किसी दी नहीं। हुण सारे खड़े होए ने ते जम इस नूं अखीर ते दिखाउण वास्ते कहंदे किसी नूं आवाज़ मार, जे तेरी मदद ते कोई आएगा तो तैनूं छड्ड देंगे। ये फिर अपने परिवार नूं आवाज़ मारदा है। सारे खड़े होए ने पर इहदी मदद ते कोई नहीं आउंदा। देखी जा रहे ने, शरीर नूं देखदे ने, इहदे नाल की बीतदी है किसी नूं नहीं पता। जदों कोई नहीं आउंदा तो फिर दुखी होया कहिंदा है, आंदा हर का सिमरन छाड़ के पालिओ बहुत कटंब, धंधा करता रह गया भाई रहा ना बंद। भी मैं जिन्हां दी खातर भज्जा फिरदा रहा, हुण मेरी मदद ते कोई नहीं आउंदा। इत्थे हुण आसरा बनना है नाम ने। वो आंदे ने तू सारी उम्र अंधे काम करदा रहा, तू नाम दा आसरा नहीं लिया ते तां तेरे नाल ये हालत हो रही है। उत्थे इस नूं समझाउंदे ने, कहंदे ने अंधी कमी अंध मन, मन अंधे तन अंध, चिकड़ लाया क्या थिए जब पत्थर टुटे बंद। बंद टुटा बेड़ी नहीं ना तुलहा ना हाथ, नानक सच्चे नाम बिन किते डुबे साथ। फिर मनमुख जिहड़ा है इत्थे अपने जीवन की बाजी नूं हार जाता है। तो अगे उस दे नाल की बीतदी है वो फिर गुरबाणी में दसिया। जदों धर्म दे पेश करते हैं, निरंकार दे पेश करते हैं, तो फिर उत्थे उहनूं सज़ा सुनाई जाती है। हुण महाराज सच्चे पातशाह कहते हैं तुसीं अपने अंदर झाती मार के देखो, असीं अपने जीवन दे विच की प्राप्त किया है। अज तक मनुख कित्थों तक सीमित है? खाना पीना हसना सौना। हुण वध तो वध कित्थों तक है? गुरु साहब के कोल असीं आउंदे हां ते हथ जोड़ते अखां बंद करते तो मंगना शुरू कर देंदे हां भी सानूं खाना पीना वधिया मिले, कपड़ा वधिया मिले, घर वधिया मिले, जॉब वधिया मिले। बस इत्थों तक ही सीमित हाँ। पर कभी गुरु की शरण दे विच आके असीं मरना नहीं सीखते। मारे कृपा करो जदों श्वास खत्म होण ते मैं अपने घर चला जा। मारे कहंदे ने खाना पीना हसना सौना विसर गया है मरना। खसों विसार खुआरी कीनी त्रिग जीवन नहीं रहना। इस वास्ते जदों असीं गुरु की शरण में आउणा तो गुरु नूं बेनती करनी है, किरपा करो मैनूं मरना सिखाओ, क्योंकि मैं शरीर छड्डण तो बाद अपने घर चला जावां। गुरु की शरण दे विच आके असीं जींदे जी मरना सीखना हुंदा है। मर कहंदे ने गुर प्रसादी जीवत मरे, मर जीवे शब्द कमाए, मुक्त द्वारा सोई पाए जे विचों आप गवाए। तो जदों असीं गुरु नूं बेनती करते हैं तो गुरु फिर सानूं समझाउंदा है। आंदे ने जींदे जी मरना चाहुंदे हो तो तुहानूं दसने हाँ। आंदे जीवत मरे मरे फुन जीवे ऐसे सुन समाया। आंदे ने कोशिश करो जींदे जी पाउण नूं छड्ड के ते सुन दे विच चले जाओ, तो सुन विचों निरंकार परमात्मा तुहानूं आपे ही जगा लेगा। तो जींदे जी मरन का फिर तरीका दसते हैं। आंदे शब्द मरे तिस सदा आनंद, सतगुर भेटे गुर गोविंद, ना फिर मरे ना आवे जाए, पूरे गुर ते सच समाए। आंदे ने कोशिश करो शब्द द्वारा मरना सीखो। शब्द मरो फिर जीवो सद ही, तां फिर मरना होई। आंदे शब्द द्वारा मरना सीखो, शब्द द्वारा मर के दोबारा जन्म हो जाएगा तुहाडा। किवें मरना है शब्द द्वारा? आओ हुण आपां सीखना है। जिन्नी देर तक असीं मरांगे नहीं, सुन विच नहीं जावांगे, उन्नी देर तक साडा भरम खत्म नहीं होएगा। इस करके महाराज सच्चे पातशाह की कहंदे ने कि बहुत सारे जीव आउंदे ने, अखां बंद करते हैं तो भगती करनी शुरू कर देंदे ने, पर मन तो अंदर विचार लई जाता है, फुरने लई जाता है। माने जिन्नी देर तक मन नहीं मरिया, मरना नहीं सीखिया तुसीं जींदे जी, तो परमात्मा नाल किवें मिलोगे? जींदे जी तुसीं पहचान नहीं कीती तो शरीर छड्डण तो बाद किवें जा सकते हो? आंदे मैं लिख के दे दिंदा है, कदी तुसीं मुक्त हो ही नहीं सकते। मरे हुए जो मुक्त देहोगे, मुक्त न जाने कोला। मरण तो बाद कोई मुक्ति नहीं है, जींदे जी मुक्त होना पेगा।
ਤੇ ਜੀਂਦੇ ਜੀ ਮੁਕਤ ਹੋਣ ਵਾਸਤੇ ਮਨ ਨੂੰ ਮਾਰਨਾ ਪਏਗਾ। ਤੇ ਮਨ ਨੂੰ ਮਾਰਨ ਵਾਸਤੇ ਤੁਹਾਨੂੰ ਕਿਤੇ ਜੰਗਲਾਂ 'ਚ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਜੀਵ ਉਹ ਕੋਸ਼ਿਸ਼ ਕਰਦੇ ਸੀ ਮਨ ਮਾਰਨ ਕਾਰਨ ਬਣ ਜਾਈਏ ਚੁਣ ਖਾਈਏ ਕੰਦਾ। ਉਹ ਕੀ ਕਰਦੇ ਸੀ, ਘਰ-ਬਾਰ ਛੱਡ ਜਾਂਦੇ ਸੀ, ਘਰ-ਬਾਰ ਦਾ ਤਿਆਗ, ਗ੍ਰਸਥ ਮਾਰਗ ਦਾ ਤਿਆਗ ਕਰ ਜਾਂਦੇ ਸੀ, ਦੂਰ ਚਲੇ ਜਾਂਦੇ। ਲੇਕਿਨ ਗੁਰੂ ਨਾਨਕ ਦੇਵ ਜੀ ਨੇ ਰਸਤਾ ਬਦਲ ਦਿੱਤਾ। ਉਹਨਾਂ ਨੇ ਕਿਹਾ ਵੀ ਮਨ ਨੂੰ ਮਾਰਨਾ ਹੈ ਤੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ। ਕਿਵੇਂ ਮਾਰਨਾ ਹੈ ਉਹਨਾਂ ਤਰੀਕਾ ਦੱਸਿਆ। ਮਨ ਅੰਤਰ ਬੋਲੇ ਸਭ ਕੋਈ, ਮਨ ਮਾਰੇ ਬਿਨ ਭਗਤ ਨਾ ਹੋਈ। ਉਹਦੇ ਮਨ ਨੂੰ ਮਾਰਨਾ ਹੈ। ਕਿਵੇਂ ਮਾਰਨਾ ਹੈ ਤੇ ਫਿਰ ਆਪਾਂ ਨੂੰ ਸਮਝਾਇਆ ਹੈ। ਸ਼ਬਦ ਮਰੇ ਤਿਸ ਸਦਾ ਆਨੰਦ, ਸਤਿਗੁਰ ਭੇਟੇ ਗੁਰ ਗੋਬਿੰਦ, ਨਾ ਫਿਰ ਮਰੇ ਨਾ ਆਵੇ ਜਾਏ, ਪੂਰੇ ਗੁਰ ਤੇ ਸੱਚ ਸਮਾਏ। ਆਓ ਆਪਾਂ ਜੀਂਦੇ ਜੀ ਕਿਵੇਂ ਮਰਨਾ ਸਿੱਖਣਾ ਹੈ, ਕਿਵੇਂ ਅਸੀਂ ਦਿਨ ਨੂੰ ਛੱਡ ਕੇ ਇੱਥੇ ਆਪਣੇ ਘਰ ਜਾਣਾ ਹੈ, ਕਿਵੇਂ ਨਿੱਜ ਘਰ ਦੇ ਵਿੱਚ ਆਉਣਾ ਜਾਣਾ ਬਣਾਉਣਾ ਹੈ। ਇਸੇ ਨੂੰ ਜੀਂਦੇ ਜੀ ਮਰਨਾ ਕਹਿੰਦੇ ਨੇ। ਆਓ ਆਪਾਂ ਕਿਸ ਤਰ੍ਹਾਂ ਚੱਲਣਾ ਹੈ, ਉਹ ਆਪਾਂ ਨੂੰ ਤਰੀਕਾ ਦੱਸਿਆ ਹੋਇਆ ਹੈ। ਇਹ ਜਿਹੜੇ 9 ਦਰ ਨੇ ਇਹਨਾਂ ਨੂੰ ਆਪਾਂ ਬੰਦ ਕਰਨਾ ਹੈ। 9 ਦਰ ਪਾਉਣ ਦੁਆਰਾ ਖੁੱਲ੍ਹਦੇ ਨੇ। ਅਸੀਂ ਹੌਲੀ ਹੌਲੀ ਮਨ ਨੂੰ ਪਾਉਣ ਨਾਲੋਂ ਵੱਖ ਕਰ ਲੈਣਾ ਹੈ। ਜਦੋਂ ਤੁਸੀਂ ਪਾਉਣ ਨਾਲੋਂ ਵੱਖ ਹੋ ਗਏ, ਤੁਸੀਂ ਨਿਰੰਕਾਰ ਦੇ ਦੇਸ਼ ਵਿੱਚ ਚਲੇ ਗਏ। ਤਾਂ ਮਹਾਰਾਜ ਕਹਿੰਦੇ ਨੇ ਕਾਮ ਕ੍ਰੋਧ ਵਸ ਕਰੇ, ਪਵਨ ਉਡੰਤ ਨ ਧਾਵੈ, ਨਿਰੰਕਾਰ ਕੇ ਵਸੇ ਦੇਸ਼, ਹੁਕਮ ਬੂਝ ਵਿਚਾਰ ਪਾਵੇ। ਆਓ ਕਿਵੇਂ ਜਾਣਨਾ ਹੈ, ਇਹ ਆਪਣੇ ਨੇਤਰ ਬੰਦ ਕਰ ਲੈਣੇ ਨੇ। ਜਦੋਂ ਇਹ ਸਵਾਸ ਅੰਦਰ ਨੂੰ ਜਾ ਰਿਹਾ ਹੈ ਤੁਹਾਡਾ, ਉਸ ਵਕਤ ਵਾਹੇ ਉਚਾਰਨ ਕਰਨਾ। ਇਥੋਂ ਜਦੋਂ ਸਵਾਸ ਗਗਨ ਨੂੰ ਜਾਂਦਾ ਹੈ, ਉਸ ਸਮੇਂ ਗੁਰੂ ਕਹਿਣਾ ਹੈ। ਆਪਣੀ ਆਵਾਜ਼ ਵਿੱਚ ਧਿਆਨ ਰੱਖਣਾ ਹੈ। ਜੋ ਤੁਸੀਂ ਬੋਲ ਰਹੇ ਹੋ ਉਹਨੂੰ ਸੁਣਨਾ ਹੈ। ਇੰਨਾ ਆਪਣੀ ਆਵਾਜ਼ ਵਿੱਚ ਲੀਨ ਹੋ ਜਾਣਾ ਕਿ ਹੌਲੀ ਹੌਲੀ ਇਹ ਵਿਚਾਰ ਰੁਕ ਜਾਣ, ਮਨ ਪਾਉਣ ਨਾਲ ਵੱਖ ਹੋ ਜਾਏ ਤੇ ਇਹ ਜਿਹੜਾ ਸ਼ਬਦ ਹੈ ਇਹ ਤੁਹਾਨੂੰ ਸੁਣਨ ਵਿੱਚ ਲੈ ਜਾਏਗਾ। ਜਦੋਂ ਤੁਸੀਂ ਸੁਣਨ ਵਿੱਚ ਚਲੇ ਗਏ, ਤੁਹਾਡੀ ਆਵਾਜ਼ ਵੀ ਬੰਦ ਹੋ ਜਾਏਗੀ, ਬਿਲਕੁਲ ਆਵਾਜ਼ ਬੰਦ ਹੋ ਜਾਏਗੀ, ਸੁਣਨ ਵਿੱਚ ਧਿਆਨ ਲੱਗ ਜਾਏਗਾ। ਤੇ ਸੁਣਨ ਦੇ ਵਿੱਚ ਜਾ ਕੇ ਤੁਸੀਂ ਬੈਠਣਾ ਹੈ। ਸੁਣਨ ਵਿੱਚੋਂ ਫਿਰ ਨਾਦ ਪ੍ਰਗਟ ਹੋਏਗਾ ਤੇ ਜਦੋਂ ਨਾਦ ਦੀ ਆਵਾਜ਼ ਤੁਹਾਨੂੰ ਸੁਣੇਗੀ, ਮਨ ਉਧਰ ਜਾਗੇਗਾ। ਫਿਰ ਜਾ ਕੇ ਮਹਾਰਾਜ ਕਹਿੰਦੇ ਨੇ ਧੁਨ ਉਪਜੇ ਸ਼ਬਦ ਜਗਾਇਆ। ਉਹ ਇਸ ਤੋਂ ਅਗਲੀ ਅਵਸਥਾ ਹੈ। ਆਓ ਪਹਿਲਾਂ ਆਪਾਂ ਕਿਸ ਤਰ੍ਹਾਂ ਜਾਣਾ ਹੈ। ਇਹ ਜਿਹੜਾ ਸਰੀਰ ਹੈ ਇਹਨੂੰ ਰਿਲੈਕਸ ਮੋਡ ਤੇ ਕਰ ਦੇਣਾ ਹੈ। ਬਿਲਕੁਲ ਢਿੱਲਿਆਂ ਛੱਡ ਕੇ ਸਹਿ ਸੁਭਾਅ ਬੋਲਣਾ ਔਰ ਸੁਣਨਾ। ਆਓ ਸਾਰੇ ਜਣੇ ਕੋਸ਼ਿਸ਼ ਕਰੀਏ। ਆਪਾਂ 9 ਦਰਾਂ ਤੋਂ ਰਹਿਤ ਹੋਣਾ ਹੈ। 9 ਦਰਾਂ ਨੂੰ ਆਪਾਂ ਛੱਡਣਾ ਹੈ। ਸਿਰਫ ਸਿੱਧਾ ਬੋਲਣਾ, ਆਪਣੀ ਆਵਾਜ਼ ਵਿੱਚ ਧਿਆਨ ਰੱਖਣਾ। ਮਹਾਰਾਜ ਕਹਿੰਦੇ ਨਾਨਕ ਸਤਿਗੁਰ ਭੇਟੀਐ, ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ, ਵਿੱਚੇ ਹੋਵੇ ਮੁਕਤ। ਇਹ ਮੁਕਤੀ ਨੂੰ ਆਪਾਂ ਪ੍ਰਾਪਤ ਕਰਨਾ। ਤੇ ਮੁਕਤੀ ਕੀ ਹੈ? ਜਦੋਂ ਬੰਧਨਾਂ ਤੋਂ ਮੁਕਤ ਹੋ ਗਏ ਤੁਸੀਂ, ਤੁਹਾਡੇ ਤੇ ਕਿਸੇ ਗੱਲ ਦਾ ਅਸਰ ਨਹੀਂ ਹੋਇਆ, ਤੁਹਾਨੂੰ ਕਿਸੇ ਨੇ ਮਾੜਾ ਸ਼ਬਦ ਬੋਲਿਆ, ਗੁੱਸਾ ਨਹੀਂ ਆਇਆ ਤੁਹਾਨੂੰ, ਤੁਸੀਂ ਕਿਸੇ ਵੱਲ ਦੇਖ ਕੇ ਤ੍ਰਿਸ਼ਨਾ ਦੀ ਲਹਿਰ ਵਿੱਚ ਨਹੀਂ ਗਏ, ਤੁਸੀਂ ਕਿਸੇ ਵੱਲ ਦੇਖਿਆ ਵਿਚਾਰ ਨਹੀਂ ਪੈਦਾ ਹੋਇਆ, ਤੇ ਤੁਸੀਂ 3 ਗੁਣਾਂ ਤੋਂ ਉੱਪਰ ਸੁੰਨ ਵਿੱਚ ਵਸਦੇ ਹੋ। ਤੇ ਸੁੰਨ ਵਿੱਚੋਂ ਫਿਰ ਅੱਗੇ ਮਾਲਕ ਆਪਾਂ ਨੂੰ ਜਗਾਏਗਾ। ਆਓ ਸਾਰੇ ਕਿਵੇਂ ਆਪਣੇ ਨੇਤਰ ਬੰਦ ਰੱਖਣੇ ਨੇ। ਅੱਖਾਂ ਪਹਿਲਾਂ ਬੰਦ ਕਰ ਲੈਣੀਆਂ ਨੇ। ਬੋਲਣਾ ਹੈ ਪਹਿਲਾਂ ਥੋੜ੍ਹਾ ਜਿਹਾ ਉੱਚੀ, ਫਿਰ ਹੌਲੀ ਹੌਲੀ ਅੰਤਰਗਤ ਹੁੰਦੇ ਹੁੰਦੇ ਇਹ ਨਾਭੀ 'ਤੇ ਆਪਾਂ ਜਾ ਕੇ ਆਸਣ ਲਾ ਦੇਣਾ ਹੈ। ਬੈਖਰੀ ਬਾਣੀ ਤੋਂ ਮਧਮਾ ਵਿੱਚ, ਤੇ ਮਧਮਾ ਤੋਂ ਪੈਸੰਤੀ ਬਾਣੀ ਵਿੱਚ ਚਲੇ ਜਾਣਾ ਹੈ। ਤੇ ਪੈਸੰਤੀ ਵਿੱਚ ਜਾ ਕੇ ਅੰਤਰਗਤ ਜਦੋਂ ਬੈਠੋਗੇ, ਪਰਾ ਬਾਣੀ, ਅਨਹਦ ਬਾਣੀ ਪ੍ਰਗਟ ਹੋ ਜਾਏਗੀ ਤੁਹਾਡੇ ਅੰਦਰ। ਆਓ ਸਾਰੇ ਜਣੇ ਆਪਾਂ ਕੋਸ਼ਿਸ਼ ਕਰੀਏ। ਜੀਂਦੇ ਜੀ ਮਰਨਾ ਆਪਾਂ ਸਿੱਖਣਾ ਹੈ। ਜੀਂਦੇ ਜੀ ਆਪਣੇ ਘਰ ਜਾਣਾ ਹੈ ਆਪਾਂ। ਮਰ ਕਹਿੰਦੇ ਨੇ ਮੋਇਆਂ ਜਿੱਤ ਕਰ ਜਾਈਏ, ਤਿਤ ਜੀਵ ਦੇ ਅਮਰ ਮਾਰ। ਜੇ ਸਰੀਰ ਛੱਡਣ ਤੋਂ ਬਾਅਦ ਉੱਥੇ ਜਾਣਾ ਚਾਹੁੰਦੇ ਹੋ ਤੇ ਜੀਂਦੇ ਜੀ ਆਉਣਾ ਜਾਣਾ ਬਣਾਓ। ਮੋਇਆਂ ਜਿੱਤ ਕਰ ਜਾਈਏ, ਤਿਤ ਜੀਵਨ ਦੇ ਅਮਰ ਮਾਰ। ਅਨਹਦ ਸ਼ਬਦ ਸੁਹਾਵਣੇ, ਪਾਈਏ ਗੁਰ ਵਿਚਾਰ। ਅਨਹਦ ਬਾਣੀ ਪਾਈਏ, ਤਾਂ ਹਉਮੈ ਹੋਏ ਬਨਾਸ। ਸੋ ਆਓ ਸਾਰੇ ਜਣੇ ਪਿਆਰ ਦੇ ਨਾਲ
एक मन एक चित होकर सिमरन करना है सारे ने। पहला सारे जने सरवण कर लो, फिर आप रल के ही सिमरन करांगे। वाहिगुरु वाहिगुरु। आओ सारे रसना दे नाल करो कृपा। वाहिगुरु 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 वाहिगुरु। एक उथों दूर खलो के सारे दी बना लियो सिमरन कर दो। वाहिगुरु 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 गुरु गुरु वाहिगुरु 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 गुरु वाहिगुरु 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 गुरु वाहिगुरु 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 वाहिगुरु
गुरु वाह 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 गुरु गुरु। अभ्यास हौली हौली अंतर्गत ऐसा हौली हौली अपने श्वासां ते चले जाना है। फिर हौली हौली श्वासां नालों तोड़ के इत्थे नाभि दे उपर ध्यान नूं एकाग्र करी जाना है, तां जो मन पाउण नूं छड्डदा जाए। ते जिवें जिवें मन पाउण नूं छड्डदा जाएगा, सुन विच समाउंदा जाएगा। ते जिवें जिवें मन सुन विच समाउंदा गया, ये माया दे विचार रुकदे जाणगे। ये माया दा भरम है। ते जदों मन सुन विच समा गया, ये भरम खत्म हो गया। मारे कहंदे ने माया फास बंद नहीं फारे, अर मन सुन न लुकै, आपा पद निर्वाण न चीने, इन बिद अभ्यो न चुके। जिन्नी देर तक मन सुन विच नहीं समाउंदा, उन्नी देर तक भरम नहीं खत्म हुंदा। इधरों मन सुन विच समा गया, इधरों मर गया। जीवत मरे, इधरों मर गया। सुन विच चला गया, ते सुन विचों अनहद शब्द प्रगट हो जाएगा। तुसीं बाणी च पढ़दे हो, सुन समाद अनहद तै नाद। जीवत मरे, मरे फुन जीवे, ऐसे सुन समाया। ते सुन विचों जदों नाद प्रगट हो गया, ते मन फिर अपने घर में चला गया। जिथे मालक आवाज़ां मारदा सी, मन उस घर में चल जाएगा। उन्होंने कहते हैं निज घर। ते निज घर की निशानी की है? 9 दर ठाके धावत रहाए, 10वें निज घर वासा पाए, उथे अनहद शब्द वजे, दिन राती गुरमती शब्द सुनावणिया। फिर मन अपने निज घर में चला गया। तो जिहड़ा मन निज घर में चला जाता है, फिर उन्होंने रस मिलता है अमृत रस। तो जदों अमृत रस की प्राप्ति हुई, फिर उन्होंने खेल का पता लगना शुरू हो गया। उन्होंने ब्रह्म ज्ञान की प्राप्ति होती है। उन्होंने फिर मारे कहते ने, ये संसार विकार संसेम है। ये संसार के जिहड़े मनमुख जीव ने, ये बेफालतू के संसियां ते चिंतावां विच पए हुए ने। कौन तरदा है? जिस तरह तुसीं संगत विच बैठे हो। ये संगत जिहड़ी है आम नहीं है, ये सब तो उत्तम क्लास है साडी। इत्थे असीं ब्रह्म विद्या प्राप्त करते हैं। तो इस कलयुग दे विच सत संगत नूं सब तो उत्तम किया है, जिथे सानू वो रस्ता पता लगता है। एक उत्तम पंथ सुनियो गुर संगत, तह मलंत जम, जिथे जमां की कान खत्म हो जाती है। तो कौन तरदा है? जिस तरह कोई डॉक्टर बनता है, कोई इंजीनियर बनता है, तो कोई आप देखते हैं संसार दे विच वख-वख जिहड़े ने वो जॉब्स ने, वख-वख ट्रेड ने। ये ट्रेड के नाल नाल असीं ब्रह्म ज्ञानी भी बनना है। ब्रह्म ज्ञानी ये नहीं हुंदा भी जिहड़ा सिर्फ अखां बंद करके तो बैठा रहिंदा है, दूसरे दीयां गल्लां बुझदा है, उहनूं ब्रह्म ज्ञानी नहीं। श्री गुरु ग्रंथ साहिब की गुरबाणी सारी ब्रह्म विद्या है।
ਤੇ ਜਦੋਂ ਆਪਾਂ ਗੁਰਬਾਣੀ ਨੂੰ ਵਿਚਾਰ ਕੇ ਖੋਜ ਕੇ ਗੁਰਬਾਣੀ ਅਨੁਸਾਰ ਚੱਲਦੇ ਹਾਂ ਤੇ ਬ੍ਰਹਮ ਗਿਆਨੀ ਦੀ ਨਿਸ਼ਾਨੀ ਕੀ ਹੈ? ਮਾਰੇ ਕਹਿੰਦੇ ਨੇ ਮਨ ਸਾਚਾ ਮੁਖ ਸਾਚਾ ਸੋਏ, ਆਵਰ ਨਾ ਭੇਖੇ ਏਕਸ ਬਿਨ ਕੋਏ, ਨਾਨਕ ਇਹ ਲੱਛਣ ਉਹਨੂੰ ਸੱਚ ਦਿਸਣ ਲੱਗ ਜਾਂਦਾ ਹੈ। ਐਸ ਲੋਕ ਦੇ ਵਿੱਚ ਵੀ ਉਹ ਨਿਰਗੁਣ ਨੂੰ ਦੇਖਦਾ ਹੈ, ਔਰ ਜਦੋਂ ਇਹਨੂੰ ਛੱਡਦਾ ਹੈ ਉਹ ਨਿਰੰਕਾਰ ਦੇ ਦਰਸ਼ਨ ਕਰਦਾ ਹੈ। ਕਿਉਂਕਿ ਪਰਮਾਤਮਾ ਦੇ ਤਿੰਨ ਸਰੂਪ ਨੇ, ਸਰਗੁਣ ਨਿਰਗੁਣ ਨਿਰੰਕਾਰ। ਸੁਨ ਸਮਾਧੀ ਆਪ ਆਪਨ ਕੀਆ ਨਾਨਕ ਆਪੇ। ਨਿਰਗੁਣ ਤੇ ਸਰਗੁਣ ਤੇ ਸਾਡੇ ਸਾਹਮਣੇ ਹੀ ਨੇ, ਦੋ ਰੂਪ ਉਹਦੇ। ਆ ਜੋ ਆਪਾਂ ਦੇਖਦੇ ਹਾਂ ਇਹ ਉਹਦਾ ਸਰਗੁਣ ਰੂਪ ਹੈ। ਆ ਜਿੱਥੋਂ ਸਵਾਸ ਆ ਰਿਹਾ ਹੈ ਉਹਦਾ ਨਿਰਗੁਣ ਸਰੂਪ ਹੈ। ਤੀਸਰਾ ਉਹਦਾ ਨਿਰੰਕਾਰ ਸਰੂਪ ਹੈ, ਜਦੋਂ ਆਪਾਂ ਨਿਜ ਘਰ ਵਿੱਚ ਜਾ ਕੇ ਦਰਸ਼ਨ ਕਰਨੇ ਨੇ। ਉਹ ਇਸ ਤੋਂ ਅਗਲੀ ਅਵਸਥਾ ਹੈ। ਮਰ ਕਹਿੰਦੇ ਨੇ ਇਹ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ ਜਿਸੇ ਜਗਾਵੇ ਪਿਆਵੇ। ਇਹ ਰਸ ਆਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜੋ। ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਵੋ। ਸੁਖ ਸਹਿਜੇ ਬੌਰ ਨਾ ਹੋਏਗੋ। ਫਿਰ ਜਿਨ੍ਹਾਂ ਨੇ ਘਰ ਚਲ ਗਿਆ ਉਹਨਾਂ ਦਾ ਜੀਵਨ ਸਫਲ ਹੋ ਗਿਆ। ਤੇ ਉਸ ਨੂੰ ਫਿਰ ਮਾਰ ਕਹਿੰਦੇ ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦ ਅਨਾਹਦ ਵਾਜੇ, ਸੁਣ ਸੁਣ ਆਨੰਦ ਕਰੇ ਪ੍ਰਭ ਗਾਜੇ। ਪ੍ਰਗਟੇ ਗੋਪਾਲ ਮਹੰਤ ਕੇ ਮਾਥੇ, ਨਾਨਕ ਉਦਰੇ ਤਿਨ ਕੇ ਸਾਥੇ। ਸੋ ਇਸ ਤਰ੍ਹਾਂ ਅਸੀਂ ਆਪਣਾ ਇਹ ਜੀਵਨ ਸਫਲ ਕਰਨਾ ਹੈ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਆਪਾਂ ਸਮਝਣ ਦਾ ਯਤਨ ਕੀਤਾ ਹੈ ਕਿਸ ਤਰ੍ਹਾਂ ਦਾ ਪਰਮਾਤਮਾ ਨੇ ਖੇਲ ਰਚਾਇਆ ਹੈ, ਆਪਾਂ ਕਿੱਥੇ ਸਟੈਂਡ ਕਰਦੇ ਹਾਂ। ਠੀਕ ਹੈ ਕਿ ਅਸੀਂ ਸੰਸਾਰ ਵਿੱਚ ਕਰਮ ਕਰ ਰਹੇ ਹਾਂ, ਅੱਛਾ ਕਰਮ ਹੈ, ਪਰ ਅਸੀਂ ਕੀ ਪ੍ਰਾਪਤ ਕੀਤਾ ਹੈ? ਇਹ ਸਰੀਰਾ ਮੇਰਿਆ ਇਸ ਜੱਗ ਮੇ ਆਏ ਕੈ ਕਿਆ ਤੁਧ। ਇਹ ਜ਼ਰੂਰੀ ਨੋਟ ਕਰਿਆ ਕਰੋ ਵੀ ਜਿਹੜਾ ਸਾਨੂੰ ਸਵਾਸ ਦੇ ਰਿਹਾ ਹੈ ਅਸੀਂ ਕਿੰਨਾ ਕੁ ਉਹਦੇ ਨੇੜੇ ਹੋਏ ਹਾਂ, ਇਹ ਸਮਝਣਾ ਹੈ। ਸੋ ਕੋਸ਼ਿਸ਼ ਕਰਨੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦੇ ਮਾਰਗ 'ਤੇ ਚੱਲਦੇ ਹੋਏ। ਮਾਰਗ ਦੇ ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰ ਨੂੰ ਸਾਰੇ। ਕੋਸ਼ਿਸ਼ ਕਰਨੀ ਹੈ। ਆਪ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਹੈ। ਪ੍ਰਬੰਧਕ ਕਮੇਟੀ ਦਾ, ਗੁਰਮੁਖ ਜਨਾਂ ਦਾ, ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਲਿਖਿਆ ਹੈ। ਸਤਿਗੁਰ ਦਾ ਸ਼ੁਕਰ ਹੈ ਜਿਨ੍ਹਾਂ ਨੇ ਭਲਾ ਉਦਮ ਬਖਸ਼ਿਸ਼ ਕੀਤਾ। ਸਭ ਉਦਮ ਤੇ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਇਹਨੇ ਵਿਚਾਰ ਕਰਦੇ ਹੋਏ ਖਿਮਾ ਦੇ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।